ਮੈਨੂੰ ਲੱਗਦਾ ਕਿ ਇਨਸਾਨ ਹਰ ਸਟੇਜ 'ਚ ਜ਼ਿੰਦਗੀ ਦੇ ਕਿਤੇ ਨਾ ਕਿਤੇ ਇੰਨਾ ਮਸ਼ਰੂਫ ਹੁੰਦਾ ਹੈ ਕਿ ਉਹਦੇ ਕੰਮਾਂ ਦਾ ਉਹਨੂੰ ਇਹ ਵੀ ਨਹੀਂ ਕਈ ਵਾਰੀ ਪਤਾ ਹੁੰਦਾ ਉਹਦੇ ਅੰਦਰ ਕੀ ਪਿਆ। ਤਾਂ ਮੈਂ ਲਿਖ ਕੇ 2-4 ਦਿਨ ਬਾਅਦ ਰੋ ਧੋ ਕੇ ਲਿਖ ਲੈਣੀ ਆ, ਤੁਸੀਂ ਬਾਅਦ ਕਹਿੰਦੇ ਇਹ ਕੀ ਲਿਖਿਆ ਮੈਂ। ਮਤਲਬ ਮੈਂ ਜਦੋਂ ਵੀ ਮਲਵਈ ਟੱਚ ਦਾ ਕੁਛ ਪੜ੍ਹਦੀ ਹਾਂ ਮੈਨੂੰ ਸੱਚੀ ਸਵਾਦ ਆ ਜਾਂਦਾ, ਪਤਾ ਨਹੀਂ ਕਿਉਂਕਿ ਆਪਣੀਆਂ ਜੜ੍ਹਾਂ ਉੱਥੇ ਹੁੰਦੀਆਂ ਨੇ। ਤਾਂ ਇਸ ਐਡੇ ਵੱਡੇ ਗੈਪ ਨੇ ਕੋਈ ਅੰਦਰੋਂ ਤੋੜਿਆ ਉਸ ਮਾਹੌਲ ਨਾਲੋਂ? ਉਹ ਫੋਰ ਐਵਰ ਮੈਮਰੀ ਹੁੰਦੀ ਹੈ ਤੁਹਾਡੇ ਅੰਦਰ ਪਰਮਾਨੈਂਟ, ਅਤੇ ਉਹ ਜਿਹਨੇ ਉਹ ਰੱਜ ਕੇ ਜਿਉਂ ਲਿਆ ਨਾ ਉਹ ਮਤਲਬ ਸਾਰੀ ਜ਼ਿੰਦਗੀ ਭਾਵੇਂ ਉਹਦੇ ਤੋਂ ਰੂੰਗੇ ਲੈ ਲਈ ਜਿਉਂ ਜਾਵੇ ਉਹ ਵੀ ਬਹੁਤ ਹੁੰਦਾ ਹੈ ਨਾ। ਅਤੇ ਮੈਂ ਕਾਫੀ ਦਿਨ ਚੁੱਪ ਰਹਿੰਦੀ ਸੀ। ਮੈਨੂੰ ਰਿਸਰਚ ਕਰਨਾ ਔਖਾ ਨਹੀਂ ਸੀ ਲੱਗਿਆ, ਮੈਨੂੰ ਇਨਫੋਰਮੇਸ਼ਨ ਲੈਣੀ ਔਖੀ ਨਹੀਂ ਸੀ ਲੱਗੀ, ਮੈਨੂੰ ਕਹਾਣੀ ਘੜਨੀ ਵੀ ਔਖੀ ਨਹੀਂ ਲੱਗਦੀ। ਪਰ ਜਿਹੜਾ ਅੰਦਰਲਾਪਨ ਪੜ੍ਹਨਾ ਨਾ, ਉਹ ਪੜ੍ਹ ਕੇ ਉਹ ਤਕਲੀਫਾਂ ਨੂੰ, ਉਹ ਅਹਿਸਾਸਾਂ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰਨਾ, ਉਹਦੇ ਲਈ ਕਾਫੀ ਕੁਛ ਖੁਦ ਹੰਢਾਉਣਾ ਪੈਂਦਾ। ਤੁਸੀਂ ਇਸ ਚੀਜ਼ ਦੀ ਲੋੜ ਸਮਝਦੇ ਹੋ ਕਿ ਆਪਣੀ ਕਿਰਤ ਆ ਜਿਹੜੀ ਉਹ ਕਿਸੇ ਹੋਰ ਤੋਂ ਆਪਾਂ ਨੂੰ ਉਸ ਚੀਜ਼ ਲਈ ਅਪਰੂਵਲ ਚਾਹੀਦੀ ਹੈ? ਤੁਸੀਂ ਕਰਵਾਉਂਦੇ ਹੋ ਇਹ ਚੀਜ਼? ਭਾਰ ਲੈ ਕੇ ਚੱਲੋ ਹੀ ਨਾ, ਭਾਰ ਲੈ ਕੇ ਫਿਰ ਤੁਸੀਂ ਉਹ ਭਾਰ ਸਾਂਭੋਗੇ ਕਿ ਲਿਖਣ ਦੀ ਜ਼ਿੰਮੇਵਾਰੀ ਨਿਭਾਓਗੇ, ਹੈ ਨਾ। ਮੇਰੇ ਕੈਰੈਕਟਰ ਤੁਰੇ ਫਿਰਦੇ ਨੇ, ਉਹ ਮੈਂ ਤਸੱਵਰ ਕਰਦੀ ਰਹਿੰਦੀ ਹਾਂ ਕਿ ਹੈ ਨਾ ਵੀ ਹੁਣ ਮੇਰੇ ਕੈਰੈਕਟਰ ਰਾਤ ਨੂੰ ਤੇ ਕੋਠੇ 'ਤੇ ਮੰਜਿਆਂ 'ਤੇ ਪਏ ਨੇ ਅਤੇ ਮੇਰੀ ਅੱਧੀ ਜ਼ਿੰਦਗੀ ਉਹਨਾਂ ਨਾਲ ਚੱਲ ਰਹੀ ਹੁੰਦੀ ਹੈ। ਅੱਛਾ, ਫਿਰ ਜਦੋਂ ਕਦੇ ਵਧੀਆ ਸੋਹਣਾ ਪਾਰਟ ਲਿਖਿਆ ਜਾਂਦਾ ਫਿਰ ਮੈਂ ਕਹਿੰਦਾ ਵਾਹ ਅੱਜ ਤਾਂ ਗੱਲ ਜੀ ਬਣ ਗਈ ਹੈ ਨਾ। ਉਹ ਮੇਰੇ ਆਪਣੇ ਜਿਉਣ ਦਾ ਮੇਰਾ ਮਕਸਦ ਹੈ। ਮੇਰਾ ਨਾਵਲ ਚਾਹੇ ਕਿਤਾਬ ਮੈਨੂੰ ਕੋਈ ਪੜ੍ਹ ਕੇ ਨਾ ਕਹੇ ਵਧੀਆ, ਉਹਨੂੰ ਜਿਹੜਾ ਸੰਪੂਰਨ ਕਰਕੇ ਨਾ ਕਿ ਆ ਕਿਤਾਬ ਉਹਨੂੰ ਮੈਂ ਐਂ ਕਰ ਖੋਲ ਦੇਖਦੀ ਰਹਿੰਦੀ ਹਾਂ, ਵਾਹ ਇਟਸ ਅ ਬਿਊਟੀਫੁਲ ਸਟੋਰੀ। ਸਤਿ ਸ਼੍ਰੀ ਅਕਾਲ, ਬੀ ਸੋਸ਼ਲ ਵੇਖ ਰਹੇ ਹੋ ਤੁਸੀਂ। ਮੈਂ ਰੁਪਿੰਦਰ ਕੌਰ ਸੰਧੂ, ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਦਸਤਕ 'ਚ। 2020 'ਚ ਢਾਹਾਂ ਅਵਾਰਡ ਜਦੋਂ ਅਨਾਊਂਸ ਹੋਏ ਤਾਂ ਇੱਕ ਨਾਵਲ ਆਦਮ ਗ੍ਰਹਿਣ, ਜਿਸ ਨੂੰ ਕਿ ਦੂਜੇ ਦਰਜੇ ਦਾ ਇਨਾਮ ਦਿੱਤਾ ਗਿਆ। ਇਸ ਨਾਵਲ ਬਾਰੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸ ਦਿਆਂ ਕਿ ਇਸ ਨਾਵਲ ਨੂੰ ਲਿਖਣ ਵਾਲੇ ਹਰਕੀਰਤ ਕੌਰ ਚਹਿਲ। ਇਹ ਨਾਵਲ ਪਾਕਿਸਤਾਨ 'ਚ ਵੀ ਰਿਲੀਜ਼ ਹੋਇਆ, ਸ਼ਾਹਮੁਖੀ 'ਚ ਲਿਖਿਆ ਗਿਆ ਅਤੇ ਟਾਈਟਲ ਸੀਗਾ ਤੀਜੀ ਮਖਲੂਕ। ਇਸ ਨਾਵਲ 'ਤੇ ਬਹੁਤ ਜ਼ਿਆਦਾ ਚਰਚਾ ਹੋਈ ਕਿਉਂਕਿ ਇਹ ਨਾਵਲ ਸਾਡੀ ਸੁਸਾਇਟੀ ਦੇ ਉਸ ਤੀਸਰੀ ਧਿਰ ਉੱਪਰ ਲਿਖਿਆ ਗਿਆ ਸੀ ਜਿਨ੍ਹਾਂ ਨੂੰ ਅਸੀਂ ਟਰਾਂਸਜੈਂਡਰ ਜਾਂ ਖੁਸਰੇ ਵੀ ਕਹਿ ਦਿੰਦੇ ਹਾਂ। ਹਰਕੀਰਤ ਚਹਿਲ ਉਹਨਾਂ ਦੀ ਜ਼ਿੰਦਗੀ ਬਾਰੇ ਥੋੜ੍ਹਾ ਜਿਹਾ ਤੁਹਾਨੂੰ ਦੱਸਦੇ ਹਾਂ ਕਿ ਉਹਨਾਂ ਦਾ ਜਨਮ ਪਿੰਡ ਖੇੜਾ, ਜ਼ਿਲ੍ਹਾ ਲੁਧਿਆਣਾ 'ਚ 21 ਫਰਵਰੀ 1969 ਨੂੰ ਹੋਇਆ। ਉਹਨਾਂ ਦੇ ਪਿਤਾ ਦਾ ਨਾਂ ਸ਼ੇਰ ਸਿੰਘ ਜਿਹੜੇ ਕਿ ਇਲੈਕਟ੍ਰੀਕਲ ਇੰਜੀਨੀਅਰ ਸੀ ਅਤੇ ਮਾਤਾ ਜੀ ਦਾ ਨਾਂ ਹਰਪ੍ਰੀਤ ਕੌਰ। ਉਹਨਾਂ ਨੇ ਆਪਣੀ ਮੁੱਢਲੀ ਪੜ੍ਹਾਈ ਲੁਧਿਆਣਾ ਤੋਂ ਕੀਤੀ। ਉਸ ਤੋਂ ਬਾਅਦ ਆਪਣੀ ਗ੍ਰੈਜੂਏਸ਼ਨ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਕੀਤੀ ਅਤੇ ਉਹ ਮੁਕੰਮਲ ਕਰਨ ਤੋਂ ਬਾਅਦ ਉਹਨਾਂ ਦਾ ਵਿਆਹ ਪਟਿਆਲੇ ਹੋ ਗਿਆ ਸਰਦਾਰ ਕੁਲਦੀਪ ਸਿੰਘ ਚਹਿਲ ਹੋਣਾ ਨਾਲ। 2 ਬੜੇ ਹੀ ਖੂਬਸੂਰਤ ਬੱਚੇ ਨੇ ਉਹਨਾਂ ਦੇ। ਪਟਿਆਲੇ ਉਹਨਾਂ ਨੇ ਤਕਰੀਬਨ ਬਹੁਤ ਵਰੇ ਬੁੱਢਾ ਦਲ ਪਬਲਿਕ ਸਕੂਲ 'ਚ ਪੜ੍ਹਾਇਆ, ਜਿੱਥੇ ਕਿ ਉਹ ਜਿਹੜਾ ਪ੍ਰਾਇਮਰੀ ਵਿੰਗ ਸੀ ਉਹਦੇ ਇੰਚਾਰਜ ਵੀ ਰਹੇ। 2005 'ਚ ਪੱਕੇ ਤੌਰ 'ਤੇ ਜਾ ਕੇ ਕੈਨੇਡਾ ਵਸ ਗਏ ਅਤੇ ਇਸ ਸਮੇਂ ਚਿਲੀਵੈਕ ਜਿਹੜਾ ਕਿ ਕੈਨੇਡਾ ਦਾ ਇੱਕ ਬਹੁਤ ਹੀ ਖੂਬਸੂਰਤ ਸ਼ਹਿਰ ਆ, ਉੱਥੇ ਉਹ ਰਹਿੰਦੇ ਨੇ। ਉਹਨਾਂ ਦੀ ਜ਼ਿੰਦਗੀ ਦੀਆਂ ਪ੍ਰਾਪਤੀਆਂ ਇਹ ਨੇ ਕਿ ਹੁਣ ਤੱਕ 6 ਕਿਤਾਬਾਂ ਉਹ ਲਿਖ ਚੁੱਕੇ ਨੇ, ਜਿਨ੍ਹਾਂ ਦੇ ਵਿੱਚ ਬਹੁਤ ਮਸ਼ਹੂਰ ਉਹਨਾਂ ਦਾ ਸਫ਼ਰਨਾਮਾ ਲੱਠੇ ਲੋਕ ਲਾਹੌਰ ਦੇ ਬਹੁਤ ਜ਼ਿਆਦਾ ਚਰਚਾ 'ਚ ਰਿਹਾ ਹੈ। ਉਹਨਾਂ ਨਾਲ ਆਪਾਂ ਗੱਲਾਂ ਬਾਤਾਂ ਕਰਾਂਗੇ ਕਿਉਂਕਿ ਮਹਿਜ਼ 5-6 ਸਾਲ 'ਚ ਸਾਹਿਤ ਜਗਤ 'ਚ ਉਹਨਾਂ ਨੇ ਆਪਣਾ ਬਹੁਤ ਵੱਡਾ ਨਾਮ ਬਣਾਇਆ ਹੈ। ਉਹਨਾਂ ਦੀਆਂ ਸਾਹਿਤਕ ਕਿਰਤਾਂ, ਉਹਨਾਂ ਦੀ ਜ਼ਿੰਦਗੀ ਦੇ ਤਜਰਬੇ ਅੱਜ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੇ ਹਾਂ। ਉਹਨਾਂ ਦਾ ਆਪਾਂ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਭੈਣ। ਸਤਿ ਸ਼੍ਰੀ ਅਕਾਲ ਰੁਪਿੰਦਰ, ਬਹੁਤ ਸ਼ੁਕਰੀਆ ਜੀ ਤੁਹਾਡਾ ਸ਼ੁਕਰੀਆ ਆ ਕੇ ਇਸ ਮਿਲਣੀ ਦੇ ਲਈ ਜੀ। ਮੈਂ ਜਦੋਂ ਤੁਹਾਡੀ ਜਰਨੀ ਦੇਖੀ ਹੈ ਨਾ, ਹਾਂਜੀ, ਮਹਿਜ਼ ਮੈਨੂੰ ਲੱਗਦਾ 5 ਸਾਲ 'ਚ ਤੁਹਾਡਾ ਨਾਂ ਅਚਾਨਕ ਮੈਨੂੰ ਲੱਗਦਾ ਹੈ ਨਾ ਸਾਹਿਤ 'ਚ ਗੂੰਜਿਆ ਕਿਉਂਕਿ 2016 'ਚ ਤੁਹਾਡੀ ਪਹਿਲੀ ਕਿਤਾਬ ਆਈ ਸੀ ਪਰੀਆਂ ਸੰਗ ਪ੍ਰਵਾਜ਼, ਅਤੇ 1969 ਤੋਂ ਜੇ ਮੈਂ ਸੋਚਾਂ ਤਾਂ 46 ਸਾਲ ਦੀ ਉਮਰ 'ਚ ਤੁਹਾਡੀ ਪਹਿਲੀ ਕਿਤਾਬ ਆਈ। ਅਤੇ ਇੰਨਾ ਅਰਸਾ ਜਿਹੜੀਆਂ ਲਿਖਤਾਂ ਸੀ ਉਹ ਕਿੱਥੇ ਲੁਕੋ ਕੇ ਰੱਖੀਆਂ? ਮੈਨੂੰ ਲੱਗਦਾ ਕਿ ਇਨਸਾਨ ਹਰ ਸਟੇਜ 'ਚ ਜ਼ਿੰਦਗੀ ਦੇ ਕਿਤੇ ਨਾ ਕਿਤੇ ਇੰਨਾ ਮਸ਼ਰੂਫ ਹੁੰਦਾ ਹੈ ਕਿ ਉਹਦੇ ਕੰਮਾਂ ਦਾ ਉਹਨੂੰ ਇਹ ਵੀ ਨਹੀਂ ਕਈ ਵਾਰੀ ਪਤਾ ਹੁੰਦਾ ਉਹਦੇ ਅੰਦਰ ਕੀ ਪਿਆ। ਕੁਛ ਮੇਰਾ ਵੀ ਮੈਨੂੰ ਛੇੜਨ ਦਾ, ਆਪਾਂ ਕਹਿੰਦੇ ਕਿਸੇ ਬੰਦੇ ਨੂੰ ਤੁਸੀਂ ਅੰਦਰੋਂ ਛੇੜ ਲੈਂਦੇ ਹੋ ਨਾ, ਉਹਦਾ ਵੀ ਕੋਈ ਬਹਾਨਾ ਬਣਦਾ। ਲਿਖਣ ਦਾ ਸ਼ੌਂਕ ਤਾਂ ਮੈਨੂੰ ਖੈਰ ਪਹਿਲਾਂ ਹੀ ਸੀ, ਪਰ ਮੈਨੂੰ ਸਾਹਿਤ ਰਚਨਾ ਵੱਲ ਮੇਰਾ ਧਿਆਨ ਮੈਨੂੰ ਲੱਗਦਾ ਉਦੋਂ ਹੀ ਗਿਆ ਕਿ ਜਦੋਂ ਮੈਨੂੰ ਇੱਕ ਝਟਕਾ ਜਿਹਾ ਲੱਗਿਆ ਕਿ ਪ੍ਰਵਾਸ ਹੰਢਾਉਣਾ ਪਿਆ ਮੈਨੂੰ। ਉਦੋਂ ਤੁਸੀਂ ਜਦ ਆਪਣੀ ਧਰਤੀ ਛੱਡ ਕੇ ਜਾਂਦੇ ਹੋ, ਭੂ ਹੇਰਵਾ ਵੀ ਹੁੰਦਾ,
ਨਵੀਂ ਦੁਨੀਆ, ਨਵੇਂ ਲੋਕ, ਨਵੇਂ ਕੰਮ, ਸਾਰਾ ਕੁਛ। ਤਾਂ ਇੱਕ ਤਰ੍ਹਾਂ ਇਸ ਤਰ੍ਹਾਂ ਲੱਗਦਾ ਕਿ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਆ। ਉਹ ਸਟਰਗਲਿੰਗ ਜਿਹੜੀ ਲਾਈਫ, ਇੱਕਦਮ ਤੁਸੀਂ ਇੱਥੇ ਚੰਗੇ ਭਲੇ ਰਹਿੰਦੇ ਵਸਦੇ ਜਾ ਕੇ ਜ਼ੀਰੋ ਤੋਂ ਜ਼ਿੰਦਗੀ ਸ਼ੁਰੂ ਕਰਦੇ ਹੋ, ਸਪੈਸ਼ਲੀ ਉਸ ਏਜ ਦੇ ਵਿੱਚ, ਹੈ ਨਾ। ਤਾਂ ਉਹ ਇੱਕ ਝਟਕਾ ਸੀ ਮੇਰੇ ਲਈ। ਅਤੇ ਉਹ ਭੂਹੇਰ ਵਿੱਚ ਉਹ ਕਈ ਵਾਰੀ ਉਹ ਕਵਿਤਾਵਾਂ ਜਿਹੀਆਂ ਨਿਕਲਣੀਆਂ, ਤਾਂ ਮੈਂ ਲਿਖ ਕੇ 2-4 ਦਿਨ ਬਾਅਦ ਰੋ ਧੋ ਕੇ ਲਿਖ ਲੈਣੀ। ਉਸ ਤੋਂ ਬਾਅਦ ਕਹਿੰਦੇ ਇਹ ਕੀ ਲਿਖਿਆ ਮੈਂ, ਮਤਲਬ ਇਮੋਸ਼ਨ 'ਚੋਂ ਆ ਕੇ ਜੋ ਵੀ ਲਿਖਿਆ ਜਾਣਾ ਨਾ ਉਹ, ਪਰ ਉਹ ਕਦੇ ਭਰਪਾਈ ਨਹੀਂ ਸੀ ਹੁੰਦੀ। ਸਾਰੀ ਹੁਣ ਸਾਰਾ ਪਰਿਵਾਰ ਸਟਰਗਲ ਕਰ ਰਿਹਾ ਸੀ ਅਤੇ ਕਿਸੇ ਨਾਲ ਗੱਲ ਕਰਨ ਨੂੰ ਵੀ ਦਿਲ ਨਹੀਂ ਸੀ ਕਰਦਾ ਕਿ ਅੱਜ ਜੇ ਕੋਈ ਹੱਸ ਰਿਹਾ ਮੈਂ ਇਹਨੂੰ ਕਿਉਂ ਰਵਾਵਾਂ। ਜੇ ਕਦੇ ਕਿਸੇ ਦਾ ਦਿਲ ਲੱਗ ਰਿਹਾ ਹੁੰਦਾ ਸੀ ਅਤੇ ਕਦੇ ਕੋਈ ਉਦਾਸ ਹੁੰਦਾ ਸੀ, ਇਸ ਤਰ੍ਹਾਂ ਚੱਲਦਾ ਸੀ। ਅਤੇ ਉਹ ਹੌਲੀ ਹੌਲੀ ਸ਼ਬਦਾਂ ਨਾਲ ਗੱਲਾਂ ਕਰਨੀਆਂ ਜਦੋਂ ਸ਼ੁਰੂ ਕੀਤੀਆਂ, ਫਿਰ ਉਹ ਮੈਂ ਲਿਖਣਾ ਛੋਟੇ ਛੋਟੇ ਮੈਮੋਇਰ ਜਿਵੇਂ ਲਿਖਣੇ, ਆਪਣੀਆਂ ਯਾਦਾਂ ਲਿਖਣੀਆਂ। ਅਤੇ ਉਹ ਮੇਰੇ ਇੱਕ ਰਿਸ਼ਤੇਦਾਰ ਨੇ, ਉਹ ਜਦੋਂ ਕੈਨੇਡਾ ਗਏ ਉਹਨਾਂ ਦੇ ਹੱਥੋਂ ਡਾਇਰੀ ਲੱਗ ਗਈ। ਉਹ ਕਹਿੰਦੇ ਤਾਂ ਬੜੀਆਂ ਇੰਟਰਸਟਿੰਗ ਨੇ, ਇਹਨਾਂ ਨੂੰ ਤੂੰ ਕਹਾਣੀਆਂ ਜਿਹੀਆਂ ਬਣਾ ਕੇ ਪੇਸ਼ ਕਰ, ਥੋੜ੍ਹਾ ਹੋਰ ਵੱਧ ਐਕਸਟੈਂਸ਼ਨ ਦੇ ਲਾ, ਅਤੇ ਬਹੁਤ ਸੋਹਣੇ ਲਿਖੀਆਂ ਹੋਈਆਂ, ਦਿਲ ਕਰਦਾ ਪੜ੍ਹੀ ਜਾਓ ਪੜ੍ਹੀ ਜਾਓ। ਉਹ ਬਸ ਫਿਰ ਮੋਟੀਵੇਸ਼ਨ ਹੁੰਦੀ ਆ। ਉਸ ਤੋਂ ਬਾਅਦ ਫੇਸਬੁੱਕ ਦੀ ਦੁਨੀਆ ਆ ਗਈ, ਅਤੇ ਉਹ ਕਈ ਵਾਰੀ ਛੋਟਾ ਜਿਹਾ ਮੈਮੋਇਰ ਮੈਂ ਫੇਸਬੁੱਕ 'ਤੇ ਪਾ ਦੇਣਾ, ਅਤੇ ਉਹ ਸਵਾਦ ਜਿਹਾ ਆਉਣ ਲੱਗ ਗਿਆ ਕਿ ਜੋ ਲੋਕ ਹੁੰਗਾਰਾ ਭਰਦਾ। ਦੇਖੋ ਜੇ ਕੋਈ ਬਾਤ ਪਾਉਂਦਾ ਮੂਹਰੋਂ ਹੁੰਗਾਰਾ ਭਰਨ ਵਾਲਾ ਹੋਵੇ ਤਾਂ ਤੁਹਾਨੂੰ ਚੰਗਾ ਲੱਗਦਾ, ਤੁਸੀਂ ਬਾਤ ਨੂੰ ਪਾਈ ਜਾਂਦੇ ਹੋ, ਫਿਰ ਹੋਰ ਵਧਾ ਚੜ੍ਹਾ ਕੇ ਪਾਉਂਦੇ ਹੋ। ਇਸੇ ਤਰ੍ਹਾਂ ਹੀ ਕੁਛ ਮੇਰੇ ਨਾਲ ਹੋਇਆ ਕਿ ਉਹ ਮੈਮੋਇਰ ਕਹਾਣੀਆਂ ਬਣ ਗਈਆਂ, ਕਹਾਣੀਆਂ ਨਾਵਲ ਬਣ ਗਏ, ਅਤੇ ਮੈਂ ਲਿਖਣ ਲੱਗ ਗਈ। ਪਤਾ ਨਹੀਂ ਇਹ ਸੰਬੰਧ ਤਾਂ ਪਹਿਲਾਂ ਦਾ ਹੀ ਸੀ ਸ਼ਬਦਾਂ ਦੇ ਨਾਲ, ਅਤੇ ਮੈਨੂੰ ਲੱਗਦਾ ਉਹਨਾਂ ਨੇ ਮੈਨੂੰ ਉਡੀਕਿਆ ਕਿ ਕਦੋਂ ਇਹਨੂੰ ਫੁਰਸਤ ਹੈ ਅਤੇ ਅਸੀਂ ਇਹਦੇ ਨਾਲ ਤੁਰੀਏ। ਸੋ ਅਸੀਂ ਹੁਣ ਸਾਡਾ ਸਾਥ ਵਧੀਆ ਜੀ। ਜਦੋਂ ਮੈਂ ਨਾ ਤੁਹਾਡੀ ਮਤਲਬ ਕਈ ਵਾਰੀ ਫੋਟੋ ਫੇਸਬੁੱਕ 'ਤੇ ਦੇਖਦੀ ਹੁੰਦੀ ਸੀ, ਤਾਂ ਮੈਨੂੰ ਤੁਸੀਂ ਨਾ ਬੜੇ, ਮੈਨੂੰ ਐਂ ਲੱਗਣਾ ਵੀ ਜ਼ਰੂਰ ਇਸ ਬੰਦੇ ਦਾ ਸੰਬੰਧ ਆ ਕਿਸੇ ਆਰਟ ਨਾਲ ਰਿਹਾ, ਹੈ ਨਾ। ਜਿਵੇਂ ਤੁਸੀਂ ਜਿਹੜੀ ਇਹ ਬਿੰਦੀ ਲਾਉਂਦੇ ਹੋ ਵੱਡੀ ਸਾਰੀ, ਤਾਂ ਉਹ ਜਦੋਂ ਮੈਂ ਪੜ੍ਹਿਆ ਤੁਹਾਡੇ ਬਾਰੇ ਵੀ 3 ਸਾਲ ਤੁਸੀਂ ਗਿੱਧੇ ਦੇ ਕੈਪਟਨ ਰਹੇ, ਹੈ ਨਾ, ਹਾਕੀ ਖੇਡਦੇ ਰਹੇ, ਤਾਂ ਮੈਨੂੰ ਲੱਗਦਾ ਉਹ ਸਾਰਾ ਕੰਬੀਨੇਸ਼ਨ ਨਾ ਤੁਹਾਡੀ ਇਸ ਬੋਲਡਨੈਸ 'ਚ ਹੁਣ ਤੱਕ ਵੀ ਦਿਸਦਾ ਹੈ। ਜਦੋਂ ਕੋਈ ਵੀ ਇਨਸਾਨ ਮੈਨੂੰ ਲੱਗਦਾ ਉਹਦੀ ਜਿਹੜੀ ਕੁਆਲਿਟੀ ਆਫ ਐਜੂਕੇਸ਼ਨ ਆ ਜਾਂ ਜਿਹੋ ਜਿਹੀਆਂ ਉਹਨੂੰ ਸਿਚੁਏਸ਼ਨਸ ਮਿਲਦੀਆਂ ਲਾਈਫ 'ਚ, ਓਪਰਚੁਨਿਟੀਜ਼ ਮਿਲਦੀਆਂ, ਉਹ ਉਹਨੂੰ ਐਡ ਅਪ ਕਰਦੀਆਂ ਰਹਿੰਦੀਆਂ। ਉਹਦੇ ਤੁਹਾਡੇ 'ਚੋਂ ਵਾਧਾ ਜਾਣੇ ਅਣਜਾਣੇ 'ਚ ਆਉਂਦਾ ਰਹਿੰਦਾ। ਮੈਨੂੰ ਨਹੀਂ ਪਤਾ ਕਿ ਮੈਂ ਕਿੰਨੀ ਕੁ ਮਤਲਬ ਮੈਂ ਸਰਬਪੱਖੀ ਮੇਰਾ ਵਿਕਾਸ ਹੋ ਸਕਿਆ ਮੇਰੀ ਪੜ੍ਹਾਈ ਦੇ ਹਿਸਾਬ ਦੇ ਨਾਲ, ਪਰ ਮੈਂ ਪੜ੍ਹਨ ਦੇ ਨਾਲੋਂ ਮੈਂ ਹਰਫਨਮੌਲਾ ਜਿਹਾ ਇਨਸਾਨ ਜ਼ਿਆਦਾ ਸੀ ਕਿ ਵੀ ਨੱਚਾਂ ਗਾਵਾਂ ਵੀ, ਮੈਂ ਪਲੇ ਵੀ ਕਰਾਂ ਅਤੇ ਮੈਂ ਖੇਡਾਂ ਵੀ। ਪੜ੍ਹਾਈ ਤਾਂ ਚਲੋ ਜ਼ਰੂਰੀ ਹੈ ਹੀ, ਉਦੋਂ ਮੀਨਿੰਗ ਨਹੀਂ ਸੀ ਪਤਾ, ਕਿਉਂਕਿ ਮੈਂ ਜਿਹੜੀ ਮੇਰੀ ਪੜ੍ਹਾਈ ਹੈ ਨਾ, ਮੈਂ ਰੁਪਿੰਦਰ ਬੜੀ ਅਰਲੀ ਏਜ 'ਚ ਖ਼ਤਮ ਕੀਤੀ ਹੈ। ਅਤੇ ਉਦੋਂ ਸਮਝ ਤਾਂ ਇੰਨੀ ਹੁੰਦੀ ਨਹੀਂ, ਉਹ ਤਾਂ ਜੇ ਘਰਦਿਆਂ ਨੇ ਪੜ੍ਹਨ ਲਾਤਾ ਤਾਂ ਪੜ੍ਹ ਲਓ, ਬਸ ਇੰਨਾ ਕੀ ਹੁੰਦਾ ਹੈ। ਪਰ ਉਹ ਚੀਜ਼ਾਂ ਨੇ ਕਾਫੀ ਮੈਨੂੰ ਅੰਦਰੋਂ ਜਿਉਣ ਜੋਗੀ ਕੀਤਾ ਕਿ ਜੇ ਹੁਣ ਵੀ ਅੱਜ ਕਿਤੇ ਗਿੱਧਾ ਪੈਂਦਾ ਤਾਂ ਮੈਨੂੰ ਮੈਂ ਆਪਣੀ ਵਿੱਤੀ ਤੋਂ ਬਾਹਰ ਹੋ ਕੇ ਵੀ ਮੈਂ ਨੱਚਣ ਲੱਗ ਜਾਂਦੀ ਹਾਂ ਨਾ। ਇਸੇ ਤਰ੍ਹਾਂ ਹੀ ਜਦੋਂ ਕਾਲਜਸ ਯੂਨੀਵਰਸਿਟੀਆਂ 'ਚ ਜਾਈਦਾ ਤਾਂ ਉਹ ਝੱਟ ਜਵਾਨ ਹੋ ਜਾਈਦਾ ਕਿ ਉਸੇ ਤਰ੍ਹਾਂ ਫਿਰ ਮਹਿਸੂਸ ਕਰਨ ਲੱਗ ਜਾਂਦੇ ਹਾਂ। ਅਤੇ ਤੁਹਾਡੇ ਅੰਦਰ ਉਹ ਇਨਸਾਨ ਹਮੇਸ਼ਾ, ਕਿਉਂਕਿ ਬਚਪਨ ਇੱਕ ਇਹੋ ਜਿਹੀ ਸਟੇਜ ਹੈ ਇਨਸਾਨ ਦੀ ਕਿ ਤੁਸੀਂ ਦੇਖੋ ਤੁਹਾਨੂੰ ਡਾਇਮੈਂਸ਼ੀਆ ਹੋ ਜਾਏ, ਓਲਡ ਏਜ ਵੀ ਤੁਸੀਂ ਬਚਪਨ ਦੀਆਂ ਗੱਲਾਂ ਕਰੀ ਜਾਓਗੇ, ਉਹ ਫੋਰ ਐਵਰ ਮੈਮਰੀ ਹੁੰਦੀ ਹੈ ਤੁਹਾਡੇ ਅੰਦਰ ਪਰਮਾਨੈਂਟ। ਅਤੇ ਉਹ ਜਿਹਨੇ ਉਹ ਰੱਜ ਕੇ ਜਿਉ ਲਿਆ ਨਾ, ਉਹ ਮਤਲਬ ਸਾਰੀ ਜ਼ਿੰਦਗੀ ਭਾਵੇਂ ਉਹਦੇ ਤੋਂ ਰੂੰਗੇ ਲੈ ਲਈ ਜਿਉਂ ਜਾਵੇ, ਉਹ ਵੀ ਬਹੁਤ ਹੁੰਦਾ ਹੈ ਨਾ। ਸੋ ਮੈਂ ਬਹੁਤ ਧੰਨਵਾਦ ਕਰਦੀ ਹਾਂ ਆਪਣੇ ਪੇਰੈਂਟਸ ਦਾ, ਜਿਨ੍ਹਾਂ ਨੇ ਮੈਨੂੰ ਬਹੁਤ ਚੰਗੇ ਚੰਗੇ ਸਕੂਲਾਂ 'ਚ ਯੂਨੀਵਰਸਿਟੀਆਂ 'ਚ ਪੜ੍ਹਾਇਆ, ਅਤੇ ਉਹਦਾ ਵੀ ਜੋ ਕੁਛ ਤਿਲ ਫੁੱਲ ਮੇਰੇ ਕੋਲ ਹੈ, ਅਤੇ ਉਹ ਮੇਰੇ ਦੋਸਤ ਮਿੱਤਰ ਉਹ ਵੀ ਇੰਜੋਏ ਕਰਦੇ ਅਤੇ ਮੈਂ ਵੀ ਕਰਦੀ ਹਾਂ। ਤੁਸੀਂ ਮੈਨੂੰ ਲੱਗਦਾ ਵਿਆਹ ਤੋਂ ਬਾਅਦ ਜਦੋਂ ਪਟਿਆਲੇ ਸ਼ਿਫਟ ਹੋ ਗਏ ਨਾ, ਫਿਰ 2005 'ਚ ਤੁਸੀਂ ਬਾਹਰ ਚਲੇ ਗਏ, ਤਾਂ ਉਹ ਇੱਕ ਬਹੁਤ ਵੱਡਾ ਗੈਪ ਹੁੰਦਾ ਸਾਡਾ ਆਪਣੇ ਪਿੰਡ ਨਾਲੋਂ ਟੁੱਟਣ ਦਾ, ਕਿਉਂਕਿ ਸ਼ਹਿਰ 'ਚ ਵਿਆਹ ਕੇ ਆਏ ਅਤੇ ਇੱਕ ਮਤਲਬ ਅਲਟਰਾ ਮਾਡਰਨ ਲਾਈਫ 'ਚ ਆਉਣਾ, ਫਿਰ ਉਸ ਤੋਂ ਬਾਅਦ ਬਿਲਕੁਲ ਇੱਕ ਚੇਂਜ ਦੁਨੀਆ 'ਚ ਚਲੇ ਜਾਣਾ। ਅਤੇ ਫਿਰ ਵੀ ਤੁਹਾਡੀਆਂ ਲਿਖਤਾਂ 'ਚ ਜਿਹੜਾ ਮਤਲਬ ਮੈਨੂੰ ਐਂ ਲੱਗੇ ਬਿਲਕੁਲ ਪੇਂਡੂ ਲਹਿਜਾ ਚਮਕਦਾ ਹੁਣ ਤੱਕ ਵੀ, ਹੈ ਨਾ। ਅਤੇ ਉਹੀ ਬੋਲੀ ਆ, ਉਹੀ ਸਾਰਾ ਕੁਛ, ਮਤਲਬ ਉਹੀ ਮਾਹੌਲ ਆ। ਮੈਂ ਜਦੋਂ ਪੜ੍ਹਿਆ ਮੈਨੂੰ ਲੱਗਿਆ, ਮਤਲਬ ਮੈਂ ਜਦੋਂ ਵੀ ਮਲਵਈ ਟੱਚ ਦਾ ਕੁਛ ਪੜ੍ਹਦੀ ਹਾਂ ਮੈਨੂੰ ਸੱਚੀ ਸਵਾਦ ਆ ਜਾਂਦਾ, ਪਤਾ ਨਹੀਂ ਕਿਉਂਕਿ ਆਪਣੀਆਂ ਜੜ੍ਹਾਂ ਉੱਥੇ ਹੁੰਦੀਆਂ ਨੇ। ਤਾਂ ਇਸ ਐਡੇ ਵੱਡੇ ਗੈਪ ਨੇ ਕੋਈ ਅੰਦਰੋਂ ਤੋੜਿਆ ਉਸ ਮਾਹੌਲ ਨਾਲੋਂ? ਨਹੀਂ, ਪਤਾ ਕੀ ਗੱਲ ਹੁੰਦੀ ਹੈ, ਤੁਹਾਨੂੰ ਇੱਕ ਬੜੀ ਹਾਸੇ ਵਾਲੀ ਦੱਸਾਂ, ਜਦੋਂ ਤੁਸੀਂ ਯੂਨੀਵਰਸਿਟੀ 'ਚ ਪੜ੍ਹਦੇ ਸੀ ਮੇਰੇ ਨਾਲ ਸਾਰੇ ਕੋਲ ਕੋਈ ਡਾਕਟਰਾਂ ਦੇ ਪੇਰੈਂਟਸ ਸੀ, ਉਹਨਾਂ ਦੇ ਬੱਚੀ ਸੀ, ਕੋਈ ਕੁਝ ਕਿਸ ਤਰ੍ਹਾਂ ਵੀ, ਬਹੁਤੇ ਹਿੰਦੂ ਫੈਮਲੀਜ਼ 'ਚੋਂ ਸੀ, ਕਨਵੈਂਟ ਸਕੂਲਾਂ 'ਚ ਪੜ੍ਹੀਆਂ ਹੋਈਆਂ ਸੀ। ਉਹ ਯੂਨੀਵਰਸਿਟੀ 'ਚ ਬੜੀ ਔਖੀ ਐਡਮਿਸ਼ਨ ਮਿਲਦੀ ਸੀ ਮੈਰਿਟ ਬੇਸਿਸ 'ਤੇ, ਤਾਂ ਉਹਨਾਂ ਨੇ ਪਿੰਡਾਂ ਦੀਆਂ ਕੁੜੀਆਂ ਕਹਿਣਾ ਇਹ ਤਾਂ ਦੇਸੀ ਜੀ ਆ, ਜੱਟੀ ਜੀ ਆ ਨਾ। ਅਤੇ ਮੈਨੂੰ ਕਦੇ ਕੰਪਲੀਮੈਂਟ ਹੀ ਕਹੂੰਗੀ ਮੈਂ ਤੁਹਾਨੂੰ, ਕਿਉਂਕਿ ਆਈ ਫੀਲ ਪ੍ਰਾਊਡ ਟੂ ਬੀ ਵਾਟ ਐਵਰ। ਵੈਸੇ ਭਾਵੇਂ ਮੈਂ ਕਾਸਟ ਦੇ ਵਿੱਚ ਕੋਈ ਭਰੋਸਾ ਨਹੀਂ ਬਹੁਤਾ ਰੱਖਦੀ, ਪਰ ਮੈਨੂੰ ਉਹਦਾ ਚਸਕਾ ਸਵਾਦ ਜਿਹਾ ਪੈ ਗਿਆ ਸੀ, ਹੈ ਨਾ। ਅਤੇ ਅਸੀਂ ਉਹਨਾਂ ਨੂੰ ਜਾਣ ਕੁੜੇ ਭੈਣੇ ਕੀ ਕਰਦੀ ਹੈ ਤੂੰ, ਬਾਹਲੀ ਚੰਗੀ ਹੈ ਨਾ, ਉਹ ਜਾਣ ਉਹਨਾਂ ਨੂੰ ਛੇੜੀ ਜਾਣਾ, ਜਿੰਨਾ ਉਹਨਾਂ ਨੇ ਚੜ੍ਹਨਾ ਸੀ ਉਹਨੇ ਉਵੇਂ ਬੋਲਣਾ, ਹੈ ਨਾ।
ਤੇ ਉਹ ਚੀਜ਼ ਤੇ ਮੈਨੂੰ ਰਿਚਨੈਸ ਲੱਗਦੀ ਸੀ ਹਮੇਸ਼ਾ, ਕਿਉਂਕਿ ਮੈਨੂੰ ਇਹ ਲੱਗਦਾ ਸੀ ਕਿ ਜਦੋਂ ਨਾਨੀਆਂ ਦਾਦੀਆਂ ਬੋਲਦੀਆਂ ਨੇ, ਉਹ ਜੋ ਗੱਲ ਕਰਦੀਆਂ ਨੇ ਬਹੁਤ ਜ਼ਿਆਦਾ ਪਿਆਰ ਉਹ ਡਿਲੀਵਰ ਕਰਦੀਆਂ ਨੇ ਸਾਡੇ ਕੰਪੈਰੀਜ਼ਨ 'ਚ। ਅਸੀਂ ਜੇ ਕਿਸੇ ਨੂੰ ਕਹਾਂਗੇ, ਵੈਸੇ ਕਹਿੰਦੇ ਤੁਹਾਡੀ ਮੈਨੂੰ ਬਹੁਤ ਯਾਦ ਆਈ, ਤੁਸੀਂ ਬਹੁਤ ਚੰਗੇ ਹੋ ਪਾਪਾ, ਤੁਸੀਂ ਮੈਨੂੰ ਯਾਦ ਆਏ, ਹੈ ਨਾ। ਅਤੇ ਜਦੋਂ ਉਹੀ ਗੱਲ ਜੇ ਦਾਦੀ ਨਾਨੀ ਦੇ ਮੂੰਹੋਂ ਸੁਣਨੀ, ਹੈ ਨਾ, ਵੀ ਭਾਈ ਮਤਲਬ ਮਸਾਂ ਦੇਖਿਆ ਤੂੰ ਤਾਂ, ਹੈ ਨਾ, ਉਹ ਜਦੋਂ ਉਹ ਗੱਲ ਕਰੀ, ਮੈਂ ਕਹਿਣਾ ਵੀ ਇੱਕ ਲੈਂਗੁਏਜ ਆ ਜਿਹੜੀ ਤੁਹਾਨੂੰ ਬਹੁਤ ਐਕਸਪ੍ਰੈਸਿਵ ਕਰ ਦਿੰਦੀ ਆ। ਅਤੇ ਮੈਂ ਟੁੱਟੀ ਇਸ ਕਰਕੇ ਨਹੀਂ, ਮੈਂ ਤਾਂ ਅਜੇ ਵੀ ਮੈਨੂੰ ਲੱਗਦਾ ਨਹੀਂ ਕੋਈ ਮੈਨੂੰ ਜੇ ਇੱਥੇ ਆਇਆ ਵੀ ਕਹਿ ਦਿੰਦਾ, ਕਹਿੰਦਾ ਸ਼ੋਪਿੰਗ ਕਰਨ ਜਾਂਦੇ ਹੋ ਤਾਂ ਨਾ ਉੱਥੇ ਯੂ ਨਾ ਕਰਿਓ ਕਿ ਪਤਾ ਲੱਗ ਜਾਣਾ ਕੈਨੇਡਾ ਤੋਂ ਆਏ ਹੋ। ਫਿਰ ਦੁਕਾਨਦਾਰ ਵੀ ਉਵੇਂ ਕਹਿੰਦਾ। ਮੈਂ ਕਿਹਾ ਮੇਰਾ ਤਾਂ ਇਹੀ ਕਹਿ ਦੇਣਾ ਵੀ ਸ਼ਹਿਰ ਤੋਂ ਉਹੀ ਬਹੁਤ ਹੈ, ਮੈਨੂੰ ਤਾਂ ਅਗਲਾ ਕੋਈ ਮਾਨਸਾ ਦੇ ਕਿਸੇ ਪਿੰਡ 'ਚੋਂ ਆਈ ਹੈ ਨਾ ਇਹ। ਅਤੇ ਮੈਨੂੰ ਚੰਗਾ ਲੱਗਦਾ ਕਿਉਂਕਿ ਮੈਨੂੰ ਇਹ ਜ਼ੁਬਾਨ ਨਾਲ ਬਹੁਤ ਜ਼ਿਆਦਾ ਮੁਹੱਬਤ ਹੈ। ਸ਼ੁਰੂਆਤ ਦੇ ਵਿੱਚ ਤੁਸੀਂ ਕਵਿਤਾਵਾਂ ਲਿਖੀਆਂ, ਹੈ ਨਾ, ਫਿਰ ਉਸ ਤੋਂ ਬਾਅਦ ਕਹਾਣੀਆਂ ਤੁਸੀਂ, ਪਰ ਸਾਰੇ ਜਦੋਂ ਆਪਾਂ ਕਿਸੇ ਨੂੰ ਵੀ ਲਿਖਣ ਵਾਲੇ ਨੂੰ ਕਹਿੰਦੇ, ਉਹਨੂੰ ਹੁੰਦਾ ਵੀ ਨਹੀਂ ਮੈਂ ਪਹਿਲਾਂ ਸਿਰਫ ਕਹਾਣੀ ਲਿਖੂੰਗਾ। ਮਤਲਬ ਕਹਾਣੀ ਵੀ ਐਡੀ ਸੌਖੀ ਸ਼ੈ ਨਹੀਂ ਹੈਗੀ ਜੇ ਆਪਾਂ ਕਹੀਏ, ਪਰ ਨਾਵਲ ਨੂੰ ਸਭ ਤੋਂ ਔਖੀ ਵਿਧਾ ਮੰਨਦੇ ਆ ਲੋਕ, ਅਤੇ ਤੁਸੀਂ ਲਗਾਤਾਰ ਨਾਵਲ ਹੀ ਲਿਖ ਰਹੇ ਹੋ, ਹੈ ਨਾ। ਅਤੇ ਇਸ ਔਖੀ ਵਿਧਾ ਨੂੰ ਮਤਲਬ ਚੂਜ਼ ਕਰਨ ਦਾ ਤੁਹਾਡਾ ਕੀ ਮੋਟਿਵ ਸੀਗਾ? ਮੈਂ ਤਾਂ ਇਹ ਕਹਿੰਦੀ ਹਾਂ ਕਿ ਕੋਈ ਜੇ ਸੋਚ ਕੇ ਲਿਖਦਾ ਨਾ ਕਿ ਮੈਂ ਆਹੀ ਲਿਖਣਾ ਆ, ਉਹ ਮੇਰੇ ਹਿਸਾਬ ਨਾਲ ਤਾਂ ਨਹੀਂ ਵਾਜਬ ਗੱਲ ਹੈਗੀ। ਤੁਹਾਡੀ ਤਬੀਅਤ, ਤੁਹਾਡੀ ਸਮਰੱਥਾ, ਤੁਹਾਡਾ ਆਲਾ ਦੁਆਲਾ, ਉਹ ਤੁਹਾਨੂੰ ਅਡੋਪਟ ਕਰਦਾ ਹੈ, ਨਾ ਕਿ ਤੁਸੀਂ। ਜੇ ਮੇਰਾ ਹਾਲਾਤ ਹੋ ਜੇ ਸੀ ਤਾਂ ਮੇਰੇ ਤੋਂ ਕਵਿਤਾ ਲਿਖੀ ਗਈ, ਜੇ ਮੈਨੂੰ ਕਵਿਤਾ ਨੇ ਰੱਜ ਨਹੀਂ ਦਿੱਤਾ ਤਾਂ ਮੈਂ ਕਹਾਣੀ 'ਤੇ ਆ ਗਈ, ਜੇ ਮੇਰਾ ਕਹਾਣੀ ਨਾਲ ਵੀ ਮੇਰਾ ਨਹੀਂ ਗੁਜ਼ਾਰਾ ਹੋਇਆ ਤਾਂ ਮੇਰਾ ਜਿਹੜਾ ਹੱਥ ਜਾ ਕੇ ਨਾਵਲ 'ਤੇ ਹੀ ਟਿਕਿਆ। ਕਿਉਂਕਿ ਜਿਹੜਾ ਐਕਸਪ੍ਰੈਸ਼ਨ ਹੁੰਦਾ ਕਿਸੇ ਵੀ ਇਨਸਾਨ ਦਾ, ਹੈ ਨਾ, ਉਹ ਤੁਸੀਂ ਗੱਲ ਇੱਕ ਲਾਈਨ 'ਚ ਵੀ ਕਹਿ ਜਾਂਦੇ ਹੋ ਕਿ ਮੇਰਾ ਕੈਨੇਡਾ ਜੀ ਨਹੀਂ ਲੱਗਦਾ। ਹੁਣ ਇਸ ਗੱਲ ਨੂੰ ਜੇ ਤੁਸੀਂ ਹੁਣ ਇਹ ਗੱਲ ਲਿਖਣੀ ਹੈ ਕਿ ਮੈਨੂੰ ਪੰਜਾਬ ਕਿੰਨਾ ਯਾਦ ਆਉਂਦਾ, ਅਤੇ ਇਸ 'ਤੇ ਤੁਸੀਂ ਕਿਤਾਬ ਵੀ ਲਿਖ ਸਕਦੇ ਹੋ, ਹੈ ਨਾ। ਅਤੇ ਮੈਨੂੰ ਉਹ ਗੱਲ ਬਾਅਦ 'ਚੋਂ ਸਮਝ ਆਈ ਕਿ ਉਸ ਤੋਂ ਬਾਅਦ ਮੈਂ ਇੱਕ ਕਹਾਣੀ ਸ਼ੁਰੂ ਕੀਤੀ ਸੀ, ਵਚਨਾਬੱਧੇ ਲੋਕ। ਉਹਨੂੰ ਜਦ ਮੈਂ ਰੁਪਿੰਦਰ ਸ਼ੁਰੂ ਕੀਤਾ ਤਾਂ ਉਹ 45 ਕੁ ਪੰਨਿਆਂ 'ਤੇ ਤਾਂ ਉਹਦੇ ਹਜੇ ਕਹਾਣੀ ਦੀ ਤੋਰ ਹੀ ਤੁਰੀ, ਮਤਲਬ ਲਾਈਨ 'ਤੇ ਹੀ ਪਈ। ਫਿਰ ਮੈਂ ਕਿਹਾ ਨਹੀਂ, ਇਹਨੂੰ ਮੈਂ ਰੋਕਣਾ ਨਹੀਂ, ਇਹਨੂੰ ਮੈਂ ਨਹੀਂ ਸੋਚਣਾ ਮੈਂ ਕਹਾਣੀ ਲਿਖਣੀ, ਮੈਂ ਨਹੀਂ ਸੋਚਣਾ ਮੈਂ ਨਾਵਲ ਲਿਖਣਾ, ਜੋ ਮੈਨੂੰ ਆਉਂਦਾ ਮੈਂ ਲਿਖੀ ਜਾਣਾ ਬਸ। ਤਾਂ ਬਿਨਾਂ ਸੋਚੇ ਸਮਝੇ ਉਹ ਕਹਾਣੀ ਨੂੰ ਜਦ ਮੈਂ ਖ਼ਤਮ ਕੀਤਾ ਤਾਂ 140 ਪੰਨਿਆਂ 'ਤੇ ਜਾ ਕੇ ਉਹ ਖ਼ਤਮ ਹੋਇਆ, ਜਿਹਦਾ ਕਿ ਟਾਈਟਲ ਮੈਂ ਤੇਰੇ ਬਾਝੋਂ ਰੱਖਿਆ ਸੀ ਨਾਮ, ਹੈ ਨਾ। ਅਤੇ ਉਹ ਜਦੋਂ ਪੜ੍ਹਿਆ, ਉਹ ਕਹਿਰੀ ਜੀ ਕਹਾਣੀ ਸੀ, ਉਹਦੇ 'ਚ ਕੋਈ ਕੰਪਲੀਕੇਸ਼ਨ ਨਹੀਂ, ਬਹੁਤੇ ਕਰੈਕਟਰ ਨਹੀਂ ਸੀ, ਬਹੁਤ ਲਾਈਫ ਦੇ ਨੇੜੇ ਇੱਕ ਟਰੂ ਸਟੋਰੀ ਬੇਸਡ, ਹੈ ਨਾ, ਨਾਵਲ ਸੀਗਾ ਉਹ। ਅਤੇ ਉਹਦਾ ਹੁੰਗਾਰਾ ਬਹੁਤ ਅੱਛਾ ਮਿਲਿਆ। ਫਿਰ ਮੈਨੂੰ ਲੱਗਿਆ ਕਿ ਅੱਛਾ ਜੇ ਮੈਂ ਨਾਵਲ ਲਿਖਿਆ, ਅੱਛਾ ਫਿਰ ਉੱਥੇ ਜਦੋਂ ਉਹ ਰਿਲੀਜ਼ ਹੋਇਆ ਤਾਂ ਉਹਨਾਂ ਨੇ ਕੁਐਸਚਨ ਕੀਤਾ ਕਿ ਹੁਣ ਤੂੰ ਕਹਾਣੀਆਂ ਲਿਖੇਂਗੀ ਕਿ ਨਾਵਲ ਲਿਖੇਂਗੀ? ਮੈਂ ਕਿਹਾ ਮੈਨੂੰ ਤਾਂ ਪਤਾ ਨਹੀਂ ਮੈਂ ਕੀ ਲਿਖਣਾ, ਨਾ ਜੋ ਮੇਰੇ ਮਨ 'ਚ ਆਏਗਾ ਮੈਂ ਫਿਰ ਲਿਖ ਦਿਆਂਗੀ, ਮੈਂ ਸੋਚ ਕੇ ਨਹੀਂ ਲਿਖਦੀ। ਪਰ ਉਹ ਤੁਹਾਡਾ ਹੱਥ ਟਿਕ ਜਾਂਦਾ ਹੈ ਕਿ ਫਿਰ ਤੁਸੀਂ ਜਦੋਂ ਆਈਡੀਆਜ਼ ਨੂੰ, ਸਿਚੁਏਸ਼ਨਸ ਨੂੰ ਉਵੇਂ ਐਕਸਪਲੇਨ ਕਰਨ ਲੱਗ ਜਾਂਦੇ ਹੋ। ਮੈਨੂੰ ਇਹ ਲੱਗਦਾ ਕਿ ਮੈਨੂੰ ਵਿਧਾ ਨੇ ਚੂਜ਼ ਕੀਤਾ, ਮੈਂ ਵਿਧਾ ਨੂੰ ਚੂਜ਼ ਨਹੀਂ ਕੀਤਾ ਹੈਗਾ। ਅਤੇ ਮੇਰੇ ਤੋਂ ਹੁਣ ਜਦੋਂ ਕੁਛ ਵੀ ਲਿਖਣ ਬੈਠਾਂ, ਛੋਟੀ ਕਹਾਣੀ ਮੁਮਕਿਨ ਨਹੀਂ ਵੀ ਮੈਂ ਲਿਖ ਸਕਾਂ ਬਹੁਤੀ ਅੱਛੀ। ਖੈਰ ਕਹਾਣੀ ਛੋਟੀ ਲਿਖਣਾ, ਵੱਡਾ ਮੈਸੇਜ ਦੇਣਾ ਵੀ ਬਹੁਤ ਵੱਡੀ ਗ੍ਰੇਟਨੈਸ ਹੈਗੀ ਆ। ਅਤੇ ਹੁਣ ਮੇਰੇ ਕੋਲ ਹੁਣ ਉਹੀ ਪਤਾ ਨਹੀਂ ਨਾਵਲ ਵਾਲਾ ਹੀ ਕੰਮ ਚੱਲਦਾ ਹੈਗਾ। ਉਸ ਤੋਂ ਬਾਅਦ ਸਮਝ ਮੈਨੂੰ ਬਹੁਤੀ ਹੈ ਨਹੀਂ ਕਿ ਮੈਂ ਤੁਹਾਨੂੰ ਕਿਵੇਂ ਕਹਾਂ ਕਿ ਕੁਛ ਵੀ ਲਿਖਣ ਬੈਠਾ ਤਾਂ ਉਹ ਕੈਰੈਕਟਰ ਆ ਜਾਂਦੇ ਨੇ, ਕਈ ਕਹਾਣੀਆਂ ਇਕੱਠੀਆਂ ਤੁਰ ਪੈਂਦੀਆਂ ਨੇ, ਹੈ ਨਾ, ਹੱਥ ਫੜ ਕੇ। ਅਤੇ ਉਹ ਘੱਟੋ ਘੱਟ ਬਸ ਉਹੀ 150-200 ਪੇਜ ਤੱਕ ਜਾ ਕੇ ਕਹਾਣੀ ਮੇਰੀ ਖਤਮ ਹੁੰਦੀ ਹੈ ਤਾਂ ਨਾਵਲ ਬਣ ਜਾਂਦਾ। ਐਸੇ ਤਰ੍ਹਾਂ ਹੀ ਹੈ, ਕੁਛ ਮੈਨੂੰ ਸਮਝ ਤੋਂ ਬਾਹਰ ਹੈ। ਨਹੀਂ, ਮੈਂ ਇਸ ਮਤਲਬ ਜਵਾਬ 'ਚੋਂ ਵੀ ਮੈਨੂੰ ਕਈ ਸਵਾਲ ਮੇਰੇ ਕੋਲ ਹੈਗੇ ਸੀਗੇ। ਚਲੋ ਮੈਂ ਪਹਿਲਾਂ ਹੀ ਪੁੱਛ ਲੈਂਦੀ ਹਾਂ, ਮੈਂ ਅਖੀਰਲੇ ਸੋਚੇ ਸੀ। ਜਿਵੇਂ ਜਦੋਂ ਮੈਂ ਤੁਹਾਡੀ ਇੱਕ ਕਿਤਾਬ ਦਾ ਮੁਖਬੰਧ ਪੜ੍ਹ ਰਹੀ ਸੀ ਤਾਂ ਉਹਦੇ 'ਚ ਡਾਕਟਰ ਸਤੀਸ਼ ਵਰਮਾ ਹੁਣਾਂ ਨੇ ਲਿਖਿਆ ਹੋਇਆ ਸੀਗਾ ਕਿ ਬਹੁਤ ਸਾਰੇ ਲੇਖਕਾਂ ਨਾਲ ਮੈਨੂੰ ਇਹ ਨਾਰਾਜ਼ਗੀ ਹੁੰਦੀ ਹੈ ਕਿ ਉਹਨਾਂ ਦੇ ਪਾਤਰ ਉਹ ਸਾਰੀਆਂ ਸਹੂਲਤਾਂ ਕਿਉਂ ਨਹੀਂ ਹੰਢਾ ਸਕਦੇ ਜਾਂ ਉਹ ਸੁੱਖ ਮਾਣ ਕਿਉਂ ਨਹੀਂ ਮਾਣਦੇ ਜਿਹੜਾ ਕਿ ਇੱਕ ਲੇਖਕ ਖੁਦ ਮਾਣ ਰਿਹਾ, ਹੈ ਨਾ। ਅਤੇ ਉਹਨਾਂ ਦਾ ਕਹਿਣਾ ਸੀਗਾ ਕਿ ਪਾਤਰਾਂ ਨੂੰ ਬੜੀ ਤਰਸਯੋਗ ਹਾਲਤ 'ਚ ਦਿਖਾਉਣਾ, ਹੈ ਨਾ, ਮੈਨੂੰ ਸਾਹਿਤ ਦਾ ਰੂਪ ਇਹ ਵਧੀਆ ਨਹੀਂ ਲੱਗਦਾ। ਅਤੇ ਤੁਹਾਡੇ ਲਈ ਉਹਨਾਂ ਨੇ ਪੋਜ਼ੀਟਿਵ ਲਿਖਿਆ ਸੀਗਾ ਕਿ ਮੈਨੂੰ ਹਰਕੀਰਤ ਦੇ ਨਾਵਲਾਂ 'ਚ ਇਹ ਚੀਜ਼ ਚੰਗੀ ਲੱਗੀ ਕਿ ਉਹਨਾਂ ਨੇ ਇਹ ਉਲਾਮਾ ਧੋਇਆ, ਉਹਨਾਂ ਦੇ ਪਾਤਰ ਨੇ ਜਿਹੜੇ ਉਹ ਮੈਨੂੰ ਆਮ ਜ਼ਿੰਦਗੀ ਨਾਲੋਂ ਖੁਸ਼ਹਾਲ ਲੱਗਦੇ ਨੇ, ਹੈ ਨਾ। ਅਤੇ ਇਹਦਾ ਕੀ ਰੀਜ਼ਨ ਆ ਵੀ ਤੁਸੀਂ ਜਿਵੇਂ ਤੁਹਾਡਾ ਇੱਕ ਨਾਵਲ ਸੀਗਾ ਤੇਰੇ ਬਾਝੋਂ, ਜਿਹਦੀ ਤੁਸੀਂ ਹੁਣੇ ਗੱਲ ਕੀਤੀ ਹੈ ਨਾ, ਉਹਦੇ ਜਿਹੜੇ ਮੋਹਨ ਸ਼ਰਮਾ, ਉਹ ਤੁਸੀਂ ਇੱਕ ਇੰਟਰਵਿਊ 'ਚ ਕਿਹਾ ਕਿ ਉਹ ਇੱਕ ਰੀਅਲ ਕਰੈਕਟਰ ਸੀਗਾ ਜਿਹੜਾ ਤੁਸੀਂ ਅਜ਼ਿਊਮ ਕੀਤਾ, ਅਤੇ ਜਿਹਦਾ ਇਹ ਆਲੇ ਦੁਆਲੇ ਦੇ ਪਾਤਰ ਚੁਣਨਾ ਉਹਦਾ ਇੱਕ ਕਾਰਨ ਹੈ ਜਾਂ ਫਿਰ ਤੁਹਾਡੀ ਆਪਣੀ ਜ਼ਿੰਦਗੀ ਦੀ ਜਿਹੜੀ ਇੱਕ ਇੰਸਪਾਇਰਿੰਗ ਕਹਾਣੀ ਆ, ਤੁਸੀਂ ਖੁਦ ਇੰਨੇ ਆਪਣੇ ਆਪ ਨੂੰ ਮਤਲਬ
ਕੌਨਫੀਡੈਂਟ ਹੋ ਤੁਸੀਂ, ਹੈ ਨਾ, ਲੈ ਕੇ ਉਹ ਚੀਜ਼ ਨੂੰ ਤੁਸੀਂ ਡਿਸਕ੍ਰਾਈਬ ਕਰਦੇ ਹੋ ਆਪਣੀਆਂ ਕਹਾਣੀਆਂ 'ਚ? ਦੋਨੋਂ ਚੀਜ਼ਾਂ ਦਾ ਕੰਬੀਨੇਸ਼ਨ ਹੋਣਾ ਚਾਹੀਦਾ, ਬਹੁਤ ਜ਼ਬਰਦਸਤ ਹੋਣਾ ਚਾਹੀਦਾ, ਥੋੜ੍ਹਾ ਵੀ ਨਹੀਂ। ਕਿਉਂਕਿ ਜੇ ਤੁਸੀਂ ਟੋਟਲੀ ਐਜ਼ਿਊਮ ਕਰਕੇ ਚੱਲਦੇ ਹੋ ਉਹਦੇ 'ਚ ਪੇਤਲਾਪਣ ਰਹਿ ਜਾਂਦਾ। ਕੈਰੈਕਟਰ ਨੂੰ ਤੁਸੀਂ ਵੀ ਉਸੇ ਤਰ੍ਹਾਂ ਕ੍ਰੀਏਟ ਨਹੀਂ ਕਰ ਸਕਦੇ। ਚਾਹੇ ਤੁਸੀਂ ਆਪਣੇ ਮਨ 'ਚ ਕਿ ਹਾਂ ਮੈਂ ਜੇ ਕੋਈ ਕੈਰੈਕਟਰ, ਮੈਂ ਸੀਤਾ ਕੈਰੈਕਟਰ ਮੈਂ ਬਣਾ ਰਹੀ ਹਾਂ, ਹੈ ਨਾ, ਚਾਹੇ ਤੁਹਾਡੇ ਜਾਣੇ ਅਣਜਾਣੇ 'ਚ ਕਿਤੋਂ ਪੜ੍ਹਿਆ ਕਰੈਕਟਰ ਕਿਸੇ ਸੀਤਾ ਦਾ ਹੋਵੇ, ਚਾਹੇ ਤੁਹਾਡੀ ਜ਼ਿੰਦਗੀ 'ਚ ਕੋਈ ਸੀਤਾ ਔਰਤ ਹੋਵੇ, ਚਾਹੇ ਕੁਛ ਹੋਵੇ, ਉਹਦਾ ਪ੍ਰਭਾਵ ਤੁਹਾਨੂੰ ਲੈਣਾ ਹੀ ਪੈਂਦਾ। ਟੋਟਲੀ ਹਵਾ 'ਚ ਤੁਸੀਂ ਕਰੈਕਟਰ ਬਣਾ ਕੇ, ਜਿਹੜੇ ਲਿਖਦੇ ਵੀ ਇਹ ਲੇਖਕ ਹੋਣਗੇ ਸਮਰੱਥਾ ਮੇ ਵੀ ਉਹ ਬਹੁਤ ਅੱਛੇ, ਬਹੁਤ ਐਕਸਪਰਟ ਹੋਣ ਜਿਹੜੇ ਕਰ ਲੈਂਦੇ ਨੇ, ਪਰ ਮੇਰੇ ਕੈਰੈਕਟਰ ਹਮੇਸ਼ਾ ਬਹੁਤ ਜ਼ਿੰਦਗੀ ਦੇ ਨੇੜੇ ਇਸ ਤਰ੍ਹਾਂ ਹੁੰਦੇ ਨੇ ਅਤੇ ਉਹ ਮੈਨੂੰ ਲਿਖਣੇ ਵੀ ਸੌਖੇ ਲੱਗਦੇ ਨੇ। ਅਤੇ ਉਹਦਾ 'ਚ ਉਹਨਾਂ ਦਾ ਅੰਦਰ ਬਾਹਰ ਮੈਨੂੰ ਪਤਾ ਹੁੰਦਾ ਹੈ। ਜਿਸ ਤਰ੍ਹਾਂ ਮੈਂ ਮੋਹਣ ਦੀ ਗੱਲ ਕਰਾਂ ਨਾ, ਉਹ ਆਏ ਸੀ, ਉਹਨਾਂ ਨੂੰ ਈਵਨ ਪਤਾ ਵੀ ਨਹੀਂ ਸੀ ਮੈਂ ਉਹਨਾਂ ਦੇ ਉੱਤੇ ਕਹਾਣੀ ਲਿਖੀ ਹੈ, ਪਰ ਜਦੋਂ ਉਹਨਾਂ ਨੇ ਸਾਰਾ ਪੜ੍ਹ ਕੇ ਉਹ ਰਿਲੀਜ਼ ਪ੍ਰੋਗਰਾਮ 'ਚ ਪੰਜਾਬੀ ਯੂਨੀਵਰਸਿਟੀ 'ਚ ਖੜ੍ਹੇ ਹੋ ਕੇ ਕਿਹਾ ਕਿ ਇਹ ਕਹਾਣੀ ਮੇਰੀ ਹੈ। ਅਤੇ ਮੈਨੂੰ ਇਸ ਗੱਲ ਦੀ ਖੁਸ਼ੀ ਆਉਂਦੀ ਹੈ ਕਿ ਜੋ ਮੈਂ ਉਹਨਾਂ ਬਾਰੇ ਦੱਸਣਾ ਚਾਹੁੰਦੀ ਸੀ, ਉਸ ਬੰਦੇ ਨੇ, ਚਾਹੇ ਚੰਗਾ ਮਾੜਾ ਜੋ ਵੀ ਸੀ, ਉਹਨੇ ਓਨ ਕੀਤਾ ਹੈ ਕਿ ਹਾਂ ਇਹ ਮੈਂ ਹਾਂ। ਠੀਕ ਹੈ ਨਾ। ਅਤੇ ਜਦੋਂ ਤੁਸੀਂ ਇੰਨਾ ਕੁ ਜ਼ਿਆਦਾ ਜਸਟਿਸ ਕਰ ਸਕਦੇ ਹੋ ਕਿ ਕੈਰੈਕਟਰ ਨੂੰ ਪੂਰਾ ਲੋਕਾਂ ਦੇ ਸਾਹਮਣੇ ਖੋਲ੍ਹ ਕੇ ਪੇਸ਼ ਕਰਨ, ਤਾਂ ਲਿਖਣ ਦਾ ਉਹੀ ਫਾਇਦਾ ਹੁੰਦਾ। ਜੇ ਉਹਨੂੰ ਥੋੜ੍ਹਾ ਟੱਚ ਕਰ ਲਿਆ, ਛੱਡਤਾ, ਇੱਕ ਕਿਤਾਬ 'ਚ ਇੱਕ ਕੈਰੈਕਟਰ ਪਾ ਕੇ ਕਹਾਣੀ ਨੂੰ ਪੂਰੀ ਕਰਨ ਦਾ ਮਕਸਦ ਰੱਖਦੇ ਹੋ, ਤਾਂ ਉਹਦੇ 'ਚ ਜਿਹੜਾ ਪਾਠਕ ਉਹ ਵੀ ਪਿਆਸਾ ਰਹਿ ਜਾਂਦਾ, ਉਹਦੀ ਵੀ ਸਾਹਿਤਕ ਰੱਜ ਨਹੀਂ ਬਣਦਾ। ਅਤੇ ਮੇਰੀ ਹੁਣ ਤੱਕ ਤਾਂ ਇੱਦਾਂ ਹੀ ਚੱਲਿਆ ਕਿ ਮੇਰੇ ਸਾਰੇ ਕੈਰੈਕਟਰ ਹੁੰਦੇ ਨੇ, ਜਿਉਂਦੇ ਹੁੰਦੇ ਨੇ। ਉਹ ਮਤਲਬ ਚਾਹੇ ਉਹਨਾਂ ਦਾ ਜਿਹੜਾ ਨਾਵਲ ਦਾ ਐਂਡ ਮੈਂ ਕਰਾਂ, ਉਹਦੇ 'ਚ ਮੈਂ ਕਿਸੇ ਹੋਰ ਨੂੰ ਫੜ ਕੇ ਲਿਆ ਕੇ ਸਹਾਰਾ ਲੈ ਕੇ ਉਹ ਆਪਣਾ ਸੁਨੇਹਾ ਤੇ ਦਿੰਦੀ ਹਾਂ, ਪਰ ਜਿਹੜਾ ਕੋਈ ਮੇਰਾ ਮੇਨ ਕੈਰੈਕਟਰ ਆ ਜਾਂ ਜਿਹੜੇ ਸਪੋਰਟਿਵ ਕੈਰੈਕਟਰ ਨੇ, ਉਹ ਜ਼ਰੂਰ ਕਿਤੇ ਨਾ ਕਿਤੇ ਮੇਰੀ ਜ਼ਿੰਦਗੀ ਦੇ ਆਲੇ ਦੁਆਲੇ ਅਲੱਗ-ਅਲੱਗ ਨਾਵਾਂ ਨਾਲ ਅਲੱਗ-ਅਲੱਗ ਸਿਚੁਏਸ਼ਨ 'ਚ ਜਿਉਂਦੇ ਹੁੰਦੇ ਨੇ। ਅਤੇ ਉਹਨਾਂ ਦਾ ਪ੍ਰਭਾਵ ਜਦੋਂ ਮੈਂ ਉਹਨਾਂ ਨੂੰ ਫਿਰ ਉਵੇਂ ਹੀ ਬਣਾ ਕੇ ਪੇਸ਼ ਕਰਦੀ ਹਾਂ, ਤਾਂ ਉਹ ਵੀ ਓਰੀਜਨਲੀ ਉਵੇਂ ਪਾਠਕ ਦੇ ਮਨ 'ਚ ਵੀ ਉਵੇਂ ਉਤਰਦੇ ਨੇ। ਉਹਨਾਂ ਦਾ ਮੁਹਾਂਦਰਾ, ਉਹਨਾਂ ਦੀ ਬੋਲੀ, ਉਹਨਾਂ ਦੀ ਤੋਰ, ਉਹਨਾਂ ਦੀ ਗੱਲਬਾਤ, ਸਭ ਕੁਛ ਉਹ ਪਾਠਕ ਮਹਿਸੂਸ ਕਰਦਾ। ਸੋ ਜੇ ਕਿਸੇ ਚੀਜ਼ ਨੂੰ ਨਿੱਘਰ ਬਣਾਉਣਾ, ਤਾਂ ਤੁਹਾਨੂੰ ਉਹਦੀ ਜਿਹੜੀ ਉਹਦੀ ਸਮੱਗਰੀ ਹੈ ਨਾ, ਉਹ ਜਿੰਨੀ ਉਹ ਤੁਸੀਂ ਵੱਧ ਪਿਓਰ ਪਾਵੋਗੇ, ਉਹ ਓਨਾ ਹੀ ਆਪਾਂ ਕਹਿੰਦੇ ਹਾਂ ਜਿਹੋ ਜਿਹਾ ਪਾਓਗੇ ਸੀਰਾ ਹੋ ਜਾਏ ਗੁੜ ਨਿਕਲਦਾ। ਅਤੇ ਉਹ ਉਸੇ ਤਰ੍ਹਾਂ ਇਹਦਾ ਸਵਾਦ ਵੀ ਜ਼ਿੰਦਗੀ ਦੇ ਨੇੜਲੇ ਕੈਰੈਕਟਰਸ ਨੇ ਨਾ, ਉਹ ਤੁਹਾਨੂੰ ਪੜ੍ਹਨ 'ਚ ਰੱਜ ਦਿੰਦੇ ਆ। ਸੋ ਇਹ ਮੇਰਾ ਮੰਨਣਾ। ਬਾਕੀ ਇਹਦੇ 'ਚ ਹਰ ਇੱਕ ਦਾ ਆਪਣਾ ਆਪਣਾ ਖਿਆਲ ਹੈ। ਇਹ ਤੁਹਾਡਾ ਇੱਕ ਲੇਖਕ ਹੋਣ ਦੇ ਨਾਤੇ ਓਪੀਨੀਅਨ ਆ, ਹੈ ਨਾ। ਇੱਕ ਪਾਠਕ ਹੋਣ ਦੇ ਨਾਤੇ ਤੁਹਾਨੂੰ ਮਤਲਬ ਕਿੱਦਾਂ ਦੀਆਂ ਕਹਾਣੀਆਂ ਇੰਸਪਾਇਰ ਕਰਦੀਆਂ ਨੇ, ਕਿੱਦਾਂ ਦੇ ਕਰੈਕਟਰ ਤੁਹਾਨੂੰ ਇੰਸਪਾਇਰ ਕਰਦੇ ਆ ਕਿ ਮੈਂ ਹਾਂ ਮਤਲਬ ਮੈਨੂੰ ਇਹ ਪੜ੍ਹ ਕੇ ਲੱਗਿਆ ਕਿ ਇਹ ਇੱਕ ਪਾਠਕ ਦੀ ਭੁੱਖ ਪੂਰੀ ਕਰਦੀ ਹੈ ਇਹ ਚੀਜ਼, ਹੈ ਨਾ। ਹਾਂਜੀ, ਸਭ ਤੋਂ ਪਹਿਲਾਂ ਤਾਂ ਜੇ ਮੈਂ ਲਿਖਦੀ ਹਾਂ ਤਾਂ ਲਿੰਗੁਇਸਟਿਕ ਪੱਖ ਤੋਂ ਮੈਨੂੰ ਜਿਹੜੀਆਂ ਭਾਸ਼ਾਈ ਪੱਖ ਤੋਂ ਅਮੀਰ ਲਿਖਤ ਆ ਉਹ ਪਸੰਦ ਹੈ। ਅਤੇ ਦੂਸਰੀ ਗੱਲ ਇਹ ਹੈ ਕਿ ਮੇਰੇ ਹਿਸਾਬ ਨਾਲ ਜਿਹੜਾ ਸਾਹਿਤ ਹੈ ਨਾ, ਇੱਕ ਸੇਧ ਦੇਣ ਵਾਲਾ ਇੱਕ ਸਾਧਨ ਹੈਗਾ, ਜਿਹਦੇ 'ਚ ਚਾਹੇ ਤੁਸੀਂ ਨੈਗੇਟਿਵ ਕੈਰੈਕਟਰ ਲੈ ਕੇ ਕੋਈ ਕਿਸੇ ਅਮਲੀ ਦਾ ਰੋਲ ਦੇ ਕੇ ਸਮਾਜ ਨੂੰ ਸੇਧ ਦੇ ਰਹੇ ਹੋ ਕਿ ਬੱਚਿਆਂ ਨੂੰ ਡਰੱਗਸ ਨਹੀਂ ਲੈਣੀਆਂ ਚਾਹੀਦੀਆਂ, ਚਾਹੇ ਤੁਸੀਂ ਕਿਸੇ ਬਿਲਕੁਲ ਹੀ ਹੀਣ ਭਾਵਨਾ ਵਾਲੇ ਬੰਦੇ ਨੂੰ ਪੇਸ਼ ਕਰ ਰਹੇ ਹੋ ਸਮਾਜ ਨੂੰ ਸੁਨੇਹਾ ਦੇਣ ਲਈ, ਪਰ ਉਹਦੇ 'ਚ ਜਿਹੜੇ ਤੁਸੀਂ ਲੇਖਕ ਸਮਰੱਥ ਹੋਣਾ ਚਾਹੀਦਾ ਕਿ ਉਹ ਜੋ ਕਹਿਣਾ ਚਾਹੁੰਦਾ ਉਹ ਕਹਿ ਸਕਿਆ, ਕਿ ਉਹਦਾ ਜਿਹੜਾ ਉਹਦਾ ਅਸਰ ਹੈ ਪੜ੍ਹਨ ਵਾਲੇ ਪਾਠਕ 'ਤੇ, ਉਹਦੇ 'ਤੇ ਕੋਈ ਤਬਦੀਲੀ ਲਿਆ ਸਕੇਗਾ। ਵੈਸੇ ਤਾਂ ਅੱਖਰਾਂ ਦਾ ਫਿਰ ਕੋਈ ਮਤਲਬ ਨਹੀਂ, ਜੇ ਉਹਨਾਂ ਨੇ ਕੋਈ ਸੇਧ ਨਹੀਂ ਦੇਣੀ, ਕੋਈ ਤਬਦੀਲੀ ਨਹੀਂ ਲਿਆਉਣੀ। ਮੇਰੇ ਲਈ ਇੱਕ ਸਭ ਤੋਂ ਵੱਡਾ ਜਿਹੜਾ ਰੈਵੋਲੂਸ਼ਨ ਆ ਸੁਸਾਇਟੀ ਦੇ ਵਿੱਚ, ਇਹ ਲਿਖਤ ਦੇ ਦੁਆਰਾ ਹੀ ਹੋ ਸਕਦਾ। ਹੁਣ ਤੁਸੀਂ ਪਾਸ਼ ਨੂੰ ਪੜ੍ਹਦੇ ਹਾਂ ਆਪਾਂ, ਹੈ ਨਾ, ਪੜ੍ਹ ਕੇ, ਜਾਂ ਤੁਸੀਂ ਚੰਡੀ ਦੀ ਵਾਰ ਪੜ੍ਹਦੇ ਹੋ, ਤੁਸੀਂ ਪੜ੍ਹ ਕੇ ਤੁਸੀਂ ਪੂਰਾ ਅੰਦਰੋਂ ਬਾਹਰੋਂ ਹਿੱਲ ਜਾਂਦੇ ਹੋ। ਉਹ ਜਿਹੜੀ ਉਹ ਤਾਕਤ ਹੈ ਲਿਖਤ ਦੀ। ਇਹ ਹੁਣ ਡਿਪੈਂਡ ਕਰਦਾ ਕਿ ਕੋਈ ਕਿੰਨੇ ਕੁ ਤਾਕਤਵਰ ਲਿਖ ਸਕਦਾ, ਕਿਹੋ ਜਿਹੀਆਂ ਤੁਹਾਡੀਆਂ ਕਿਰਤਾਂ ਹੋ ਸਕਦੀਆਂ ਨੇ, ਪਰ ਜਿਹੜਾ ਅੰਦਰੋਂ ਬਾਹਰ ਬਦਲ ਦੇਣ, ਸਮਾਜ ਨੂੰ ਨਵੀਂ ਸੇਧ ਦੇ ਦੇਣ, ਹਨੇਰੇ ਨੂੰ ਚਾਨਣ 'ਚ ਬਦਲ ਦੇਣ, ਮਤਲਬ ਨੈਗੇਟਿਵਿਟੀ ਨੂੰ ਪੋਜ਼ੀਟਿਵਿਟੀ 'ਚ ਕਨਵਰਟ ਕਰਦੇ, ਉਹ ਜਿਹੜਾ ਸਾਹਿਤ ਹੈ ਮੇਰੇ ਹਿਸਾਬ ਨਾਲ ਉਹਦਾ ਹੀ ਮੀਨਿੰਗ ਹੈਗਾ। ਉਹਨੂੰ ਹੀ ਪੜ੍ਹ ਕੇ ਤੁਹਾਨੂੰ, ਜਾਂ ਫਿਰ ਤੁਸੀਂ ਇਹ ਕਹਿ ਲਓ ਕਿ ਜਿਹੜੇ ਫੋਲਡਡ ਚੀਜ਼ਾਂ ਹੁੰਦੀਆਂ ਜਿਨ੍ਹਾਂ ਦਾ ਪਤਾ ਹੀ ਨਹੀਂ। ਹੁਣ ਜਿਵੇਂ ਥਰਡ ਜੈਂਡਰ ਲਿਖਣ ਦੀ ਕੋਸ਼ਿਸ਼ ਕੀਤੀ ਹੈ, ਸੁਸਾਇਟੀ ਦੇਖਣ ਦੀ ਕੋਸ਼ਿਸ਼ ਹੀ ਨਹੀਂ ਕਰਦੀ, ਅੰਦਰ ਝਾਤ ਨਹੀਂ ਮਾਰਦੇ ਅਸੀਂ। ਹੋ ਸਕਦਾ ਮੇਰੇ ਤੋਂ ਵੀ ਬਹੁਤ ਲੋਕ ਇਸ ਤੋਂ ਵਧੀਆ ਨਾਵਲ ਲਿਖ ਸਕਦੇ, ਇਹਦੇ ਬਾਰੇ ਬਹੁਤ ਵੱਧ ਗਿਆਨ ਰੱਖਦੇ ਹੋਣ, ਬਹੁਤ ਵਧੀਆ ਭਾਸ਼ਾ ਦੇ ਵਿੱਚ ਲਿਖ ਸਕਦੇ ਹੋਣ, ਤਾਂ ਵਿਧਾ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੋਵੇ। ਪਰ ਗੱਲ ਕਰਨੀ, ਕਿਸੇ ਮੁੱਦੇ 'ਤੇ ਗੱਲ ਕਰਨੀ ਜ਼ਰੂਰੀ ਹੁੰਦੀ ਹੈ, ਕਿਉਂਕਿ ਜੇ ਅਸੀਂ ਸਿਰਫ ਆਪਣੇ ਸਵਾਦ, ਆਪਣੀ ਰੋਟੀ ਪਾਣੀ, ਆਪਣੇ ਮਤਲਬ ਰੁਜ਼ਗਾਰ ਦੀ ਹੀ ਗੱਲ ਕਰਦੇ ਹਾਂ, ਉਹਦੇ ਨਾਲੋਂ ਹਟ ਕੇ ਇੱਕ ਲੇਖਕ ਦੀ ਜ਼ਿੰਮੇਵਾਰੀ ਹੈ ਕਿ ਦੱਬੇ ਕੁਚਲੇ ਲੋਕਾਂ ਦੀ ਗੱਲ ਕਰੋ, ਜਿੱਥੇ ਭੁੱਖਮਰੀ ਹੈ ਉਹਦੀ ਗੱਲ ਕਰੋ, ਜਿੱਥੇ ਦਰਦ ਹੈ ਉਹਦੀ ਗੱਲ ਕਰੋ, ਜਿੱਥੇ ਬੇਬਸੀ ਆ ਉਹਦੀ ਗੱਲ ਕਰੀਏ।
ਸੋ ਜਿਹੜੀਆਂ ਇਹੋ ਜਿਹੀਆਂ ਲਿਖਤਾਂ ਨੇ ਉਹ ਮੈਨੂੰ ਪਸੰਦ ਨੇ, ਜਿਹੜੀਆਂ ਕਿਸੇ ਮਨੋਰਥ ਨਾਲ ਰਚੀਆਂ ਜਾਂਦੀਆਂ ਨੇ ਅਤੇ ਜਿਨ੍ਹਾਂ ਨੂੰ ਪੜ੍ਹ ਕੇ ਲੋਕ ਜਾਗਰੂਕ ਹੁੰਦੇ ਆ, ਲੋਕ ਜਾਗਦੇ ਆ ਅਤੇ ਸਮਾਜ ਦੇ ਵਿੱਚ ਜਿਨ੍ਹਾਂ ਨਾਲ ਤਬਦੀਲੀ ਆਉਂਦੀ ਹੈ। ਭੈਣੇ ਜਦੋਂ ਕਹਾਣੀ ਕਿਸੇ ਔਰਤ 'ਤੇ ਲਿਖਣੀ ਹੋਵੇ ਜਾਂ ਮਰਦ 'ਤੇ, ਉਹ ਬਹੁਤ ਸੌਖੀ ਹੁੰਦੀ ਹੈ ਕਿਉਂਕਿ ਅਸੀਂ ਆਪਣੀ ਜ਼ਿੰਦਗੀ 'ਚ ਹਰ ਘਰ 'ਚ ਇੱਕ ਔਰਤ ਵੀ ਹੁੰਦੀ ਹੈ, ਇੱਕ ਮਰਦ, ਹੈ ਨਾ। ਮਰਦ ਔਰਤ ਦੀ ਜ਼ਿੰਦਗੀ ਨੂੰ ਬਹੁਤ ਨੇੜਿਓਂ ਜਾਣਦਾ ਅਤੇ ਔਰਤ ਬੰਦੇ ਦੀ ਜ਼ਿੰਦਗੀ ਨੂੰ ਬਹੁਤ ਨੇੜਿਓਂ। ਪਰ ਜਿਹੜਾ ਆਪਾਂ ਕਹਿੰਦੇ ਹਾਂ ਵੀ ਜਦੋਂ ਆਪਾਂ ਥਰਡ ਜੈਂਡਰ ਦੀ ਗੱਲ ਕਰਦੇ ਹਾਂ ਨਾ, ਉਹ ਸਿਰਫ ਅਸੀਂ ਉਹਨਾਂ ਨਾਲ ਸਾਡੀ ਮਿਲਣੀ ਮਤਲਬ ਸੁਭਾਗੀ ਸਿਰਫ ਇਹਨਾਂ ਚੀਜ਼ਾਂ 'ਤੇ ਹੀ ਕਹਿ ਲਓ ਵੀ ਜਦੋਂ ਸਾਡੇ ਘਰ 'ਚ ਕੋਈ ਖੁਸ਼ੀ ਵਾਲਾ ਮਾਹੌਲ ਹੁੰਦਾ ਤਾਂ ਅਸੀਂ ਹਾਰਡਲੀ ਅੱਧਾ ਘੰਟਾ ਜਾਂ ਘੰਟਾ ਉਹਨਾਂ ਨੂੰ ਮਿਲਦੇ ਹਾਂ, ਸਾਡਾ ਰੋਜ਼ ਦਾ ਸਰੋਕਾਰ ਨਹੀਂ ਹੁੰਦਾ, ਹੈ ਨਾ। ਅਤੇ ਇਸ ਨਾਵਲ ਨੂੰ ਲਿਖਣ ਲੱਗਿਆਂ ਮਤਲਬ ਮੈਨੂੰ ਲੱਗਦਾ ਹੁੰਦਾ ਕਿ ਬਹੁਤ ਰਿਸਰਚ ਦੀ ਜ਼ਰੂਰਤ ਪੈਂਦੀ ਹੈ ਨਾ। ਤੁਸੀਂ ਜਦੋਂ ਲੈਂਗੁਏਜ ਜਿਹੜੀ ਤੁਸੀਂ ਉਸ ਨਾਵਲ 'ਚ ਯੂਜ਼ ਕੀਤੀ ਵੀ ਉਹ ਵਧਾਈ ਕਿੱਦਾਂ ਦਿੰਦੇ ਨੇ, ਉਹਨਾਂ ਦੇ ਘਰਾਂ ਦੇ ਅੰਦਰਲੇ ਮਾਹੌਲ ਕਿਵੇਂ ਨੇ, ਹੈ ਨਾ, ਉਹ ਜਾਣਨ ਲਈ ਮੈਨੂੰ ਲੱਗਦਾ ਉਹਨਾਂ ਦੇ ਨੇੜੇ ਜਾਣਾ ਪੈਂਦਾ। ਤੁਸੀਂ ਇਸ ਚੀਜ਼ 'ਤੇ ਰਿਸਰਚ ਕੀਤੀ? ਹਾਂਜੀ, ਮੈਂ ਕਾਫੀ ਮਤਲਬ ਮਿਲਦੀ ਰਹੀ, ਫ਼ੋਨ 'ਤੇ ਵੀ ਮੈਂ ਐਡ ਕੀਤੇ ਹੋਏ ਸੀ, ਉਹਨਾਂ ਨਾਲ ਗੱਲਾਂ ਬਾਤਾਂ ਵੀ ਕਰਦੀ। ਉਹ ਕੁਛ ਕੈਰੈਕਟਰ ਮੈਂ ਉਹੋ ਜਿਹੇ ਲਏ ਹੋਏ ਸੀ ਜਿੱਥੇ ਕਿ ਮੇਰਾ ਕੰਫਰਟ ਜ਼ੋਨ ਸੀ। 5-7 ਵਾਰੀ ਮੈਂ ਉਹਨਾਂ ਕੋਲ ਗਈ ਤਾਂ ਉਹ ਮਤਲਬ ਇੱਕ ਦੋਸਤੀ ਵਾਂਗੂ ਐਜ਼ ਅ ਹਿਊਮਨ ਬੀਇੰਗ ਸਾਡਾ ਰਿਲੇਸ਼ਨਸ਼ਿਪ 'ਚ ਇਹ ਹੋਇਆ ਕਿ ਇੱਕ ਇਨਸਾਨ ਹੈ। ਰੁਪਿੰਦਰ, ਜਦੋਂ ਤੁਸੀਂ ਰਿਸਰਚ ਫਿਰ ਵੀ ਸੌਖਾ ਕੰਮ ਹੈ, ਤੁਸੀਂ ਜਾਣਦੇ ਹੋ, ਕਿਸੇ ਨਾਲ ਗੱਲਾਂ ਕਰਦੇ ਹੋ, ਤੁਸੀਂ ਮੇਰੇ ਨਾਲ ਬੈਠੇ ਹੋ, ਤੁਸੀਂ ਕਾਫੀ ਕੁਛ ਮੇਰੇ ਤੋਂ ਜੋ ਪੁੱਛਣਾ ਚਾਹੋਗੇ ਲੈ ਜਾਓਗੇ, ਇੱਕ ਵਾਰੀ ਨਹੀਂ, 2 ਵਾਰੀ ਨਹੀਂ, 4 ਵਾਰੀ, ਹਨ। ਪਰ ਜਦੋਂ ਤੁਸੀਂ ਮਨੋਵਿਗਿਆਨਕ ਪੱਖ ਤੋਂ ਕਿਸੇ ਬੰਦੇ ਦੀ ਸਥਿਤੀ ਨੂੰ ਲਿਖਣਾ, ਮੈਂ ਔਰਤ ਵੀ ਨਹੀਂ, ਮੈਂ ਮਰਦ ਵੀ ਨਹੀਂ, ਤਾਂ ਤੁਹਾਨੂੰ ਮਨਫੀ ਹੋਣਾ ਪੈਂਦਾ। ਜਿਵੇਂ ਬੁੱਧ ਕਹਿੰਦਾ ਸੀ ਨਾ, 0 'ਤੇ ਜਾਣਾ ਪੈਂਦਾ ਅਤੇ ਆਪਣੇ ਆਪ 'ਚੋਂ ਡਿਲੀਟ ਕਰੋ। ਜਿਵੇਂ ਤੁਸੀਂ ਕਿਸੇ ਫੋਨ 'ਚੋਂ ਆਪਣੀ ਐਪਸ ਡਿਲੀਟ ਕਰਦੇ ਹੋ, ਤੁਸੀਂ ਇੱਕ ਤਰ੍ਹਾਂ ਇੱਕ 0 'ਤੇ ਜਾ ਕੇ ਐਜ਼ ਅ ਹਿਊਮਨ ਬੀਇੰਗ ਕਿ ਬਸ ਮੈਂ ਇੱਕ ਉਹ ਇਨਸਾਨ ਆ, ਮੈਂ ਕਿਸੇ ਦੀ ਮਾਂ ਨਹੀਂ, ਮੈਂ ਕਿਸੇ ਦਾ ਕੁਛ ਨਹੀਂ, ਮੈਂ ਇੱਕ ਸਿਰਫ ਧਰਤੀ 'ਤੇ ਆਇਆ ਇੱਕ ਜੀਵ ਆ, ਆਹ ਮੇਰੀਆਂ ਲੋੜਾਂ ਨੇ, ਪਰ ਮੈਂ ਇਹ ਨਹੀਂ ਕਰ ਸਕਦਾ, ਠੀਕ ਹੈ ਨਾ। ਉਹਦੇ ਲਈ ਸੱਚ ਜਾਣਿਆ, ਜਦੋਂ ਮੈਂ ਇਹ ਲਿਖਿਆ ਸੀ ਅਤੇ ਮੈਂ ਕਾਫੀ ਦਿਨ ਚੁੱਪ ਰਹਿੰਦੀ ਸੀ। ਮੈਨੂੰ ਰਿਸਰਚ ਕਰਨਾ ਔਖਾ ਨਹੀਂ ਸੀ ਲੱਗਿਆ, ਮੈਨੂੰ ਇਨਫੋਰਮੇਸ਼ਨ ਲੈਣੀ ਔਖੀ ਨਹੀਂ ਸੀ ਲੱਗੀ, ਮੈਨੂੰ ਕਹਾਣੀ ਘੜਨੀ ਵੀ ਔਖੀ ਨਹੀਂ ਲੱਗਦੀ ਕਿਉਂਕਿ ਕਹਾਣੀ ਤਾਂ ਤੁਹਾਨੂੰ ਪਤਾ ਹੀ ਹੈ ਨਾ ਕਿ ਸੰਵੇਦਨਸ਼ੀਲ ਹੋ ਕੇ ਤੁਸੀਂ ਕਹਾਣੀ ਲੈ ਕੇ ਤੁਰੇ ਫਿਰੋ। ਪਰ ਜਿਹੜਾ ਅੰਦਰਲਾਪਨ ਪੜ੍ਹਨਾ ਨਾ, ਉਹ ਪੜ੍ਹ ਕੇ ਉਹ ਤਕਲੀਫਾਂ ਨੂੰ, ਉਹ ਅਹਿਸਾਸਾਂ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰਨਾ, ਉਹਦੇ ਲਈ ਕਾਫੀ ਕੁਛ ਖੁਦ ਹੰਢਾਉਣਾ ਪੈਂਦਾ। ਅਤੇ ਉਹ ਫਿਰ ਮੈਂ ਮਤਲਬ ਇੱਦਾਂ ਐਕਸਪੀਰੀਅੰਸ ਕਰਨਾ ਕਿ ਵਾਟ ਇਫ ਕਿ ਮੈਂ ਜਦੋਂ ਮੈਂ ਪੈਦਾ ਹੀ ਹੋਈ ਅਤੇ ਮੈਨੂੰ ਘਰੋਂ ਬਾਹਰ ਕੱਢ ਦਿੱਤਾ ਗਿਆ, ਡੇਰੇ 'ਚ ਚਲੇ ਗਏ। ਵਾਟ ਇਫ ਕਿ ਮੈਂ ਐਜੂਕੇਸ਼ਨ ਹੀ ਨਹੀਂ ਲਈ, ਮੇਰੇ ਕੋਲ ਪੜ੍ਹਾਈ ਵੀ ਨਹੀਂ, ਮੇਰੇ ਕੋਲ ਕੋਈ ਜੀਵਨ ਸਾਥੀ ਵੀ ਨਹੀਂ, ਮੇਰੇ ਕੋਈ ਬੱਚੇ ਵੀ ਨਹੀਂ, ਅਤੇ ਮੇਰੀ ਕੋਈ ਸਮਾਜ 'ਚ ਰਿਸਪੈਕਟ ਵੀ ਨਹੀਂ, ਮੇਰੀ ਕੋਈ ਲੋੜ ਵੀ ਮਹਿਸੂਸ ਨਹੀਂ ਕਰਦਾ। ਅਤੇ ਇੱਕ ਖਾਣ ਦੇ ਲਈ ਮੈਂ ਸਿਰਫ ਆਪਣੇ ਜਿਸਮ ਨੂੰ ਮਤਲਬ ਵੱਖ ਤਰੀਕਿਆਂ ਦੇ ਨਾਲ, ਹੈ ਨਾ, ਲੋਕਾਂ ਦੇ ਵਿੱਚ ਪੇਸ਼ ਕਰਨਾ। ਅਤੇ ਮੇਰੀ ਜ਼ਿੰਦਗੀ ਦੇ ਜਦੋਂ ਮੈਂ ਇਕੱਲੀ ਬੈਠ ਕੇ ਸੋਚਣਾ ਅਤੇ ਇਹ ਕਿਹੋ ਜਿਹੀ ਲਾਈਫ ਹੋਏਗੀ ਕਿ ਜਿਹੜੇ ਅਸੀਂ ਤਾਂ ਜੇ ਘਰ 'ਚ ਥੋੜ੍ਹਾ ਜਿਹਾ ਇਗਨੋਰ ਹੀ ਰੌਲਾ ਪਾ ਲਈਦਾ, ਸਾਨੂੰ ਅੱਜ ਪੁੱਛਿਆ ਨਹੀਂ ਬਿਮਾਰ ਸੀ, ਸਾਨੂੰ ਅੱਜ ਰੋਟੀ ਨਹੀਂ ਕਿਸੇ ਨੇ ਪੁੱਛੀ, ਹੈ ਨਾ, ਸਾਨੂੰ ਦਵਾਈ ਨਹੀਂ ਲੈ ਕੇ ਦਿੱਤੀ, ਕਿ ਉਹ ਲੋਕ ਜਿਨ੍ਹਾਂ ਦਾ ਕੋਈ ਵੀ ਨਹੀਂ। ਅਤੇ ਉਹ ਹੰਢਾਉਂਦੇ ਉਹ ਅਹਿਸਾਸ ਕਈ ਵਾਰ ਮੈਂ 4 ਦਿਨ ਮੇਰਾ ਘਰ 'ਚ ਵੀ ਕਿਸੇ ਨਾਲ ਬੋਲਣ ਨੂੰ ਦਿਲ ਨਹੀਂ ਸੀ ਕਰਦਾ। ਅਤੇ ਉਹ ਚੀਜ਼ ਮੈਨੂੰ ਜ਼ਰੂਰ ਚੈਲੰਜਿੰਗ ਲੱਗੀ। ਬਾਕੀ ਕਹਾਣੀ ਤਾਂ ਜਦੋਂ ਤੁਹਾਨੂੰ ਬਣਾਉਣੀ ਆਉਂਦੀ ਹੋਵੇ ਨਾ, ਜਾਂ ਤੁਹਾਡੇ 'ਚ ਇੰਨਾ ਕੁ ਡਿਟੇਲ ਦੇਣ ਦੀ ਚੀਜ਼ਾਂ ਨੂੰ, ਉਹ ਤੁਸੀਂ ਕਰ ਲੈਂਦੇ ਹੋ। ਹੁਣ ਇੱਕ ਛੋਟੀ ਜਿਹੀ ਗੱਲ ਆ ਕਿ ਅਮੀਰਾ ਨੂੰ ਜਦੋਂ ਉਹਨੇ ਪੁੱਛਿਆ ਕਿ ਮੇਰੀ ਮਾਂ, ਮੈਂ ਉਹਨੂੰ ਇੰਨੇ ਪੁੱਛਿਆ ਤੇਰੀ ਕਦੇ ਮਾਂ ਬਾਪ ਨਹੀਂ ਯਾਦ ਆਏ? ਹਾਂ ਕਹਿੰਦੀ ਆਈ ਸੀ ਮਾਂ, ਫਿਰ ਬਾਲੀਆਂ ਦਿੰਦੀ ਸੀ। ਮੈਂ ਕਿਹਾ ਆਪਦੀ ਦੋਹਤੀ ਨੂੰ ਦੇ ਦੀ, ਪੋਤੀ ਨੂੰ ਦੇ ਦੀ। ਹੁਣ ਉਹਦਾ ਮੈਂ ਚੈਪਟਰ ਵੀ ਬਣਾ ਦਿੱਤਾ ਪੂਰਾ ਆਲਮੋਸਟ ਕਿ ਉਹ ਕਿਵੇਂ ਆਈ, ਹੈ ਨਾ। ਉਹਦੇ 'ਚ ਤੁਹਾਡੀ ਕਲਪਨਾ ਵੀ ਹੋ ਜਾਂਦੀ ਹੈ ਅਤੇ ਤੁਸੀਂ ਅਸਲੀ ਤੱਥ ਵੀ ਵਿੱਚ ਪਾ ਦਿੰਦੇ ਹੋ। ਉਹ ਜਿਹੜੀ ਬੁਣਤੀ ਆ, ਉਹ ਜਿਹੜੀ ਕਲਾਕਾਰੀ ਆ, ਉਹ ਲੇਖਕ ਦੀ ਆਪਦੀ ਸਮਰੱਥਾ ਹੈਗੀ ਆ। ਰਿਸਰਚ ਦੀ ਲੋੜ ਪੈਂਦੀ ਆ ਕਿਉਂਕਿ ਸਾਨੂੰ ਪਤਾ ਹੀ ਨਹੀਂ ਉਹਨਾਂ ਦੇ ਅੰਦਰ ਹੁੰਦਾ ਕਿ ਉਹਦੇ ਤੋਂ ਬਿਨਾਂ ਵੀ ਨਹੀਂ ਕੰਮ ਚੱਲਦਾ। ਬਟ ਨਾਲ ਦੀ ਨਾਲ ਜਿਹੜੇ ਉਹਨਾਂ ਦੀ ਮਨੋਵਿਗਿਆਨਕ ਪੱਖ ਆ, ਉਹ ਮੇਰੇ ਲਈ ਬਹੁਤ ਚੈਲੰਜਿੰਗ ਸੀਗਾ ਲਿਖਣਾ। ਮੈਨੂੰ ਇਹ ਲੱਗਦਾ ਸੀ ਕਿ ਕਿਸੇ ਨੂੰ ਇਹ ਨਾ ਲੱਗੇ ਕਿ ਔਰਤ ਹੋ ਕੇ ਕੋਈ ਕਿਵੇਂ ਫੀਲ ਕਰ ਸਕਦਾ ਕਿ ਇਹ ਉਹਨਾਂ ਨੂੰ ਪੂਰਾ ਪੇਸ਼ ਕਰ ਦਈਏ। ਉਹ ਮੈਂ ਕੋਸ਼ਿਸ਼ ਕੀਤੀ। ਮੈਂ ਇਹ ਵੀ ਨਹੀਂ ਕਿ ਦਾਅਵਾ ਕਰਦੀ ਕਿ ਮੈਂ 100% ਕਰ ਸਕੀ ਹਾਂ। ਉਹ ਮੇਰੀ ਬੈਸਟ ਅਟੈਂਪਟ ਕਹੂੰਗੀ ਮੈਂ। ਅਤੇ ਮੈਂ ਉਮੀਦ ਵੀ ਕਰਦੀ ਹਾਂ ਜੇ ਕੋਈ ਹੋਰ ਵੀ ਇਸ ਤੋਂ ਚੰਗਾ ਕੰਮ ਕਰ ਸਕੇ ਇਸ ਵਿਸ਼ੇ ਦੇ ਉੱਤੇ, ਤਾਂ ਜ਼ਰੂਰ ਸਾਨੂੰ ਇਹੋ ਜਿਹੇ ਕਰਮ ਕਰਨੇ ਚਾਹੀਦੇ ਨੇ ਕਿ ਜਿਹੜੇ ਲੋਕਾਂ ਦੀ ਕੋਈ ਆਵਾਜ਼ ਬਣ ਸਕੇ ਸਾਡੀ ਕਲਮ। ਜਦੋਂ ਤੁਹਾਡੇ ਨਾਂ 'ਤੇ ਢਾਹਾਂ ਅਵਾਰਡ ਅਨਾਊਂਸ ਹੋਇਆ ਨਾ ਕਿ ਆਦਮ ਗ੍ਰਹਿਣ ਨੂੰ ਦਿੱਤਾ ਗਿਆ, ਬਹੁਤ ਸਾਰੇ ਲੋਕਾਂ ਦੇ ਰਿਵਿਊ ਸੀਗੇ ਕਿ ਮਤਲਬ ਤੁਸੀਂ ਇੱਕ ਅਲੱਗ ਟਰੈਕ ਨੂੰ ਛੋਇਆ ਜਾਂ ਇੱਕ ਅਲੱਗ ਕਨਸੈਪਟ ਨੂੰ ਲੈ ਕੇ ਆਏ ਹੋ, ਹੈ ਨਾ। ਅਤੇ ਉਸ ਤੋਂ ਸਾਲ ਪਹਿਲਾਂ ਹਰਪਿੰਦਰ ਰਾਣਾ ਉਹਨਾਂ ਦਾ ਨਾਵਲ ਆਇਆ ਸੀ, ਮੈਂ
ਕੀ ਜਾਣਾ ਮੈਂ ਨਹੀਂ ਉਹਨਾਂ ਦੇ ਪਿੱਛੋਂ ਆਇਆ ਸੀ। ਹਾਂ ਪਿੱਛੋਂ ਸ਼ਾਇਦ ਜਾਂ ਪਹਿਲਾਂ 4 ਮਤਲਬ ਮਹੀਨੇ ਸੇਮ ਪਿੱਛੋਂ, ਹਾਂਜੀ। ਉਸੇ ਟਾਈਮ ਤੁਹਾਡੀ ਚਰਚਾ ਇਸ ਚੀਜ਼ ਤੇ ਛਿੜੀ ਹੈ ਨਾ। ਤਾਂ ਬਹੁਤ ਸਾਰੇ ਲੋਕਾਂ ਦਾ ਕਹਿਣਾ ਸੀ ਕਿ ਉਸ ਨਾਵਲ ਤੇ ਜ਼ਿਆਦਾ ਰਿਸਰਚ ਹੋਈ ਸੀਗੀ, ਉਹ ਨਾਵਲ ਜ਼ਿਆਦਾ ਬਿਹਤਰੀ ਨਾਲ ਲਿਖਿਆ ਗਿਆ ਤੇ ਇਹ ਅਵਾਰਡ ਆ ਜਿਹੜਾ ਉਹ ਨਾਵਲ ਡਿਜ਼ਰਵ ਕਰਦਾ ਸੀ, ਹੈ ਨਾ। ਤਾਂ ਇਹੋ ਜਿਹੀਆਂ ਚੀਜ਼ਾਂ ਤੁਹਾਨੂੰ ਮਤਲਬ ਤਕਲੀਫ ਦਿੰਦੀਆਂ ਨੇ ਜਾਂ ਤੁਸੀਂ ਮਹਿਸੂਸ ਕਰਦੇ ਹੋ ਵੀ ਜਦੋਂ ਦੋ ਲੇਖਕਾਂ ਦੀ ਇੱਕ ਕਿਰਤ ਦੇ ਉੱਤੇ ਨਹੀਂ ਕੰਪੈਰੀਜ਼ਨ? ਦੇਖੋ, ਨੰਬਰ 1 ਤਾਂ ਮੈਨੂੰ ਇਹ ਹੀ ਨਹੀਂ ਸੀ ਪਤਾ ਕਿ ਉਹਨਾਂ ਨੇ ਇੰਨੀ ਰਿਸਰਚ ਕਰਕੇ ਲਿਖਿਆ, ਹੈ ਨਾ। ਬਾਅਦ 'ਚੋਂ ਮੈਨੂੰ ਆਈ ਮੇਰੇ ਕੋਲ ਗੱਲਾਂ ਕਿ ਕਾਫੀ ਦੇਰ 2-3 ਸਾਲ ਉਹਨਾਂ ਨੇ ਲਗਾਏ ਅਤੇ ਉਹਦਾ ਸਾਈਜ਼ ਵੀ ਵੱਡਾ ਹੈਗਾ, ਕਿਤਾਬ ਦਾ ਸਾਈਜ਼ ਵੀ ਵੱਡਾ ਹੈਗਾ ਅਤੇ ਉਸ ਕਿਤਾਬ ਦੀਆਂ ਆਪਦੀਆਂ ਕੁਆਲਿਟੀਜ਼ ਹੈਗੀਆਂ, ਠੀਕ ਹੈ ਨਾ। ਮੈਂ ਉਸ ਚੀਜ਼ ਤੋਂ ਇਹ ਨਹੀਂ ਮੈਂ ਕਹੂੰਗੀ ਕਿ ਜੇ ਮੈਂ ਉਸ ਵਿਸ਼ੇ 'ਤੇ ਲਿਖਿਆ, ਮੈਨੂੰ ਕੀ ਪਤਾ ਉਹਨਾਂ ਨੇ ਵੀ ਉਸ ਵਿਸ਼ੇ 'ਤੇ ਲਿਖਿਆ, ਉਸੇ ਟਾਈਮ ਮੈਂ ਵੀ ਉਸ ਵਿਸ਼ੇ 'ਤੇ ਲਿਖ ਰਹੀ ਸੀ। ਉਹਨਾਂ ਦਾ ਲੇਟ ਲਿਖਿਆ ਗਿਆ, ਮੇਰਾ ਜਲਦੀ ਲਿਖਿਆ ਗਿਆ। ਮੇਰਾ ਪਹਿਲਾਂ ਰਿਲੀਜ਼ ਹੋ ਗਿਆ, ਉਹਨਾਂ ਦਾ ਮਗਰੋਂ ਹੋਇਆ। ਨੈਚੁਰਲੀ ਉਹਨਾਂ ਨੂੰ ਜ਼ਿਆਦਾ ਮਹਿਸੂਸ ਹੋਇਆ ਹੋਣਾ, ਮੈਨੂੰ ਤਾਂ ਕੀ ਹੋਣਾ ਸੀ ਕਿ ਉਹਨਾਂ ਨੇ ਕਹਿੰਦੇ ਨੇ ਕਿ ਟਾਈਮ ਬਹੁਤ ਲਗਾਇਆ। ਮੈਂ ਐਵੇਂ ਸੱਚ ਕਹਾਂ, ਮੈਂ ਬਹੁਤ ਟਾਈਮ ਨਹੀਂ ਲਗਾਇਆ। ਮੈਨੂੰ ਇਹ ਲੱਗਦਾ ਕਿ ਜਿਹੜੇ ਕ੍ਰੀਏਟਿਵ ਰਾਈਟਰ ਹੈ ਨਾ, ਉਹਨੂੰ ਚਲੋ ਰਿਸਰਚ ਦੀ ਤਾਂ ਜਿਹੜੀ ਲੋੜ ਪੈਂਦੀ ਹੈ, ਬਹੁਤ ਕ੍ਰੀਏਟਿਵਿਟੀ ਤੁਹਾਡੀ ਆਪਣੇ ਮਾਈਂਡ ਦੀ ਹੁੰਦੀ ਹੈ। ਕਹਾਣੀ ਤੁਸੀਂ ਹੁਣ ਬੁਣਨੀ ਹੈ, ਤੁਹਾਨੂੰ ਪੂਰੀ ਤਾਂ ਕਿਸੇ ਨੇ ਦੇਣੀ ਨਹੀਂ, ਉਹ ਤਾਂ ਤੁਸੀਂ ਹੀ ਬਣਾਉਣੀ ਹੈ ਨਾ। ਉਹਦੇ ਜਿਹੜਾ ਇਮੋਸ਼ਨਲ ਪੱਖ ਹੈ ਉਹ ਤੁਸੀਂ ਕਿੰਨਾ ਕੁ ਪਾਉਂਦੇ ਹੋ, ਉਹਦੇ ਵਿੱਚ ਜਿਹੜਾ ਜਨਰਲ ਨੌਲੇਜ ਹੈ ਉਹ ਤਾਂ ਤੁਸੀਂ ਹੁਣ ਚਲੋ ਗੂਗਲ ਤੋਂ ਵੀ ਚੱਕ ਕੇ ਪਾ ਦਿਓ, ਕਿਤੋਂ ਵੀ ਚੱਕ ਕੇ ਪਾ ਲਓ, ਜ਼ਰੂਰੀ ਨਹੀਂ ਵੀ ਤੁਸੀਂ ਡੇਰਿਆਂ 'ਚ ਹੀ ਘੁੰਮਣਾ। ਗੱਲ ਤਾਂ ਅੰਦਰਲਾ ਚੀਜ਼ ਖੋਲ੍ਹਣ ਦੀ ਹੈ। ਉਹਨਾਂ ਨੇ ਆਪਣੇ ਹਿਸਾਬ ਨਾਲ ਖੋਲ੍ਹਿਆ, ਉਹਨਾਂ ਦੀ ਕਹਾਣੀ ਵੀ ਬਹੁਤ ਖੂਬਸੂਰਤ ਆ, ਉਹ ਹੋਰ ਤਰ੍ਹਾਂ ਦੀ ਹੈ ਨਾ। ਉਹਦੇ 'ਚ ਹੁਣ ਜੇ ਤੁਸੀਂ ਆਦਮ ਗ੍ਰਹਿਣ ਦੀ ਗੱਲ ਕਰੋ, ਉਹਦੇ 'ਚ ਵੀ ਬੜੀਆਂ ਕੰਟਰਾਡਿਕਟਰੀ ਚੀਜ਼ਾਂ ਤੁਹਾਨੂੰ ਲੱਗਣਗੇ, ਲੈ ਕਿਵੇਂ ਹੋ ਗਿਆ, ਹੈ ਨਾ। ਹੁਣ ਉਸ ਨਾਵਲ 'ਚ ਵੀ ਲੱਗਦੀਆਂ ਨੇ ਕਿ ਭਰਾ ਭੈਣ ਨੂੰ ਲੱਭ ਰਿਹਾ ਜੀ, ਖੁਸਰਾ ਭੈਣ ਨੂੰ ਲੱਭ ਰਿਹਾ। ਅਤੇ ਹੁਣ ਜੇ ਵੈਸੇ ਕੋਈ ਨੋਰਮਲ ਬੰਦਾ ਕਰੇ, ਤੁਸੀਂ ਕਦੇ ਦੇਖਿਆ ਕਦੇ ਕੋਈ ਭਰਾ ਆਪਣੀ ਖੁਸਰਾ ਭੈਣ ਨੂੰ ਲੱਭਣ ਗਿਆ? ਨਹੀਂ ਲੱਗਦਾ ਨਾ। ਸੋ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ, ਬਟ ਉਹ ਵੀ ਕ੍ਰੀਏਸ਼ਨ ਆ। ਉਹਨਾਂ ਨੇ ਵੀ ਆਪਣੀ ਬੈਸਟ ਐਫਰਟ ਦਿੱਤੀ ਹੈ ਅਤੇ ਮੈਂ ਵੀ ਆਪਣੀ ਬੈਸਟ ਐਫਰਟ ਦਿੱਤੀ ਹੈ। ਬਾਕੀ ਮੇਰੇ ਕੋਲ ਕੋਈ ਗੱਲ ਨਹੀਂ ਆਈ ਹੈਗੀ ਕਿ ਉਹਨਾਂ ਨੂੰ ਮਿਲਣਾ ਚਾਹੀਦਾ ਸੀ, ਇਹਨੂੰ ਨਹੀਂ ਮਿਲਣਾ ਚਾਹੀਦਾ ਸੀ ਜਾਂ ਵਾਟਐਵਰ। ਹੋਏਗੀ ਇੱਥੇ ਹੋਏਗੀ, ਕੈਨੇਡਾ 'ਚ ਤਾਂ ਕਿਤੇ ਨਹੀਂ ਇਹੋ ਜਿਹੀ ਗੱਲ ਆਈ। ਮੇ ਵੀ ਪਤਾ ਨਹੀਂ ਉਹਨਾਂ ਨੇ ਅਪਲਾਈ ਵੀ ਨਾ ਕੀਤਾ ਹੋਵੇ, ਜੇ ਕਰਦੇ ਸ਼ਾਇਦ ਉਹਨਾਂ ਨੂੰ ਮਿਲ ਜਾਂਦਾ। ਸੋ ਇਹ ਜਿਹੜੀ ਓਪਰਚੁਨਿਟੀ ਹੁੰਦੀ ਹੈ, ਇਹਦੇ 'ਚ ਕੋਈ ਚੰਗਾ ਮਾੜਾ ਕੁਛ ਨਹੀਂ ਹੁੰਦਾ, ਹਰ ਇੱਕ ਬੰਦਾ ਆਪਣਾ ਬੈਸਟ ਦਿੰਦਾ ਹੈ ਨਾ। ਉਹ ਵੀ ਬੜਾ ਅੱਛਾ ਕੰਮ ਕਰ ਰਹੇ ਨੇ, ਉਹਨਾਂ ਦੇ ਪਹਿਲੇ ਨਾਵਲ ਵੀ ਬੜੇ ਸੋਹਣੇ ਨੇ ਅਤੇ ਲੱਕੀਲੀ ਅਸੀਂ ਦੋਨਾਂ ਨੇ ਇਸ ਵਿਸ਼ੇ 'ਤੇ ਲਿਖਿਆ ਅਤੇ ਉਹਨਾਂ ਨੂੰ ਥੋੜ੍ਹਾ ਜ਼ਰੂਰ ਹੋਇਆ ਸੀ ਕਿ ਬੜੀ ਰਿਸਰਚ ਹੋਈ ਹੈ ਅਤੇ ਉਹ ਪਿੱਛੋਂ ਰਿਲੀਜ਼ ਹੋਇਆ, ਮੇਰਾ ਪਹਿਲਾਂ ਹੋ ਗਿਆ ਅਤੇ ਉਹ ਪਹਿਲਾਂ ਆਉਣ ਵਾਲੀ ਚੀਜ਼ ਨੈਚੁਰਲੀ ਥੋੜ੍ਹੀ ਜ਼ਿਆਦਾ ਹੋ ਜਾਂਦੀ ਹੈ ਨਾ। ਅਤੇ ਬਾਕੀ ਨਾਵਲ ਉਹਨਾਂ ਦਾ ਵੀ ਬਹੁਤ ਅੱਛਾ ਹੈ। ਭੈਣੇ 5 ਸਾਲ 'ਚ ਤੁਸੀਂ ਮਤਲਬ ਉਸ ਕੱਦ 'ਤੇ ਆ ਗਏ, ਹੈ ਨਾ, ਵੀ ਸਨਮਾਨ ਮਿਲਣੇ ਬਹੁਤ ਛੋਟੀ ਚੀਜ਼ ਨਹੀਂ ਹੁੰਦੀ। ਆਪਾਂ ਸਨਮਾਨਾਂ ਦੇ ਪਿੱਛੇ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ, ਪਰ ਮੈਂ ਫਿਰ ਵੀ ਸਮਝਦੀ ਹਾਂ ਕਿ ਕਿਰਤ ਉੱਚੀ ਹੁੰਦੀ ਹੈ ਤਾਂ ਸਨਮਾਨ ਪਾਉਂਦੀ ਹੈ, ਹੈ ਨਾ। ਅਤੇ ਬੜੀ ਸਪੀਡ ਨਾਲ ਤੁਸੀਂ ਲਿਖਿਆ, ਮਤਲਬ ਜਿਵੇਂ ਹੁਣ ਆਪਾਂ ਜਦੋਂ ਪਹਿਲਾਂ ਗੱਲ ਕਰ ਰਹੇ ਸੀ, ਤੁਸੀਂ ਕਿਹਾ ਵੀ 9 ਮਹੀਨੇ ਬਾਅਦ ਮੈਂ ਦੂਜੀ ਕਿਤਾਬ ਕਰ ਲਈ, ਹੈ ਨਾ। ਤਾਂ ਪਬਲੀਕੇਸ਼ਨ ਵਾਲੇ ਵੀ ਕਹਿੰਦੇ ਸੀ ਵੀ ਇੰਨੀ ਛੇਤੀ ਨਾ ਕਰੋ, ਕਿਤਾਬਾਂ ਰੁਲ ਜਾਂਦੀਆਂ ਨੇ। ਤਾਂ ਇਸ ਚੀਜ਼ ਨੂੰ ਕੀ ਸਮਝਦੇ ਹੋ? ਕਿਉਂਕਿ ਤੁਹਾਡੇ ਜੇ ਮੈਂ ਪੈਰਲਲ ਲੈ ਕੇ ਚੱਲਾਂ ਤਾਂ ਪ੍ਰਵੇਸ਼ ਭੈਣ ਵੀ ਲਿਖ ਰਹੇ ਨੇ, ਹੈ ਨਾ। ਜਿਵੇਂ ਆਪਾਂ ਤ੍ਰਿਪਤਾ ਕੇ ਸਿੰਘ ਉਹਨਾਂ ਦੀ ਗੱਲ ਕਰਦੇ ਹਾਂ, ਸਰਗੀ, ਜਿਹੜੀਆਂ ਹੁਣ ਦੀਆਂ ਤੁਸੀਂ ਲਿਖਣ ਵਾਲੀਆਂ ਲੇਖਿਕਾਵਾਂ ਜਿਹੜੀਆਂ, ਹੈ ਨਾ, ਤਾਂ ਉਹਨਾਂ 'ਚੋਂ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਜੇ ਕੱਦ ਸਨਮਾਨਾਂ ਤੱਕ ਕਿਸੇ ਦੀ ਪਹੁੰਚ ਹੋਈ ਆ ਤਾਂ ਉਹ ਤੁਹਾਡੀ ਆ, ਹੈ ਨਾ। ਅਤੇ ਇਹ ਚੀਜ਼ ਨੂੰ ਕੀ ਸਮਝਦੇ ਹੋ ਤੁਸੀਂ? ਤੁਹਾਡੀ ਡੈਡੀਕੇਸ਼ਨ ਆ ਜਾਂ ਫਿਰ ਇਹ ਹੈ ਕਿ ਜਿਹੜਾ 46 ਸਾਲ ਅੰਦਰ ਦੱਬਿਆ ਹੋਇਆ ਸੀ ਹੁਣ ਉਹਨੂੰ ਪੂਰੀ ਸਪੀਡ ਨਾਲ ਤੁਸੀਂ? ਮੇਰੇ ਹਿਸਾਬ ਨਾਲ ਦੇ ਨਾਲ ਨਾ ਜਿਹੜੀ ਸਾਹਿਤ ਰਚਨਾ ਹੈਗੀ ਹੈ, ਇਹ ਵੀ ਇੱਕ ਕਲ ਵਗਦਾ ਸਮੁੰਦਰ ਵਰਗੀ ਚੀਜ਼ ਆ ਤੁਹਾਡੇ ਅੰਦਰੋਂ, ਅਤੇ ਇਹਦੇ 'ਤੇ ਥੰਮ ਲਾਉਣਾ ਸਾਡੇ ਕਿੱਥੇ ਵੱਸ ਹੈ। ਜੇ ਮੈਂ ਤੁਹਾਨੂੰ ਕਹਾਂ ਕਿ ਹੁਣ ਜੇ ਮੈਨੂੰ ਕੋਈ ਆਮਦ ਹੈਗੀ ਹੈ, ਮੇਰੀ ਕੋਈ ਕਹਾਣੀ ਮੇਰੇ ਅੰਦਰ ਖੌਰੂ ਪਾ ਰਹੀ ਹੈ, ਉਹ ਮੈਨੂੰ ਬਿਠਾ ਰਹੀ ਹੈ ਦਿਨ ਰਾਤ, ਮੈਂ ਉਨੀ ਦੇਰ ਬੇਚੈਨ ਰਹਿੰਦੀ ਹਾਂ ਜਿੰਨੀ ਦੇਰ ਮੇਰਾ ਉਹ ਕੰਮ ਨਹੀਂ ਹੁੰਦਾ। ਮੈਨੂੰ ਬਾਕੀ ਸਭ ਚੀਜ਼ਾਂ ਮੀਨਿੰਗਲੈਸ ਲੱਗਦੀਆਂ ਨੇ। ਅਤੇ ਜੋ ਹੋ ਰਿਹਾ ਇਹ ਤਾਂ ਸ਼ੁਭ ਸ਼ਗਨ ਹੈ। ਲੋਕ ਪਰੇਸ਼ਾਨ ਹੁੰਦੇ ਨੇ, ਪਹਾੜਾਂ 'ਚ ਘੁੰਮਣ ਜਾਂਦੇ ਨੇ, ਇਕਾਂਤ ਭਾਲਦੇ ਆ ਕਿ ਅਸੀਂ ਲਿਖੀਏ, ਅਤੇ ਮੈਨੂੰ ਤੁਰੀ ਫਿਰਦੀ ਨੂੰ ਸੁੱਝੀ ਜਾਂਦੀਆਂ ਨੇ, ਹੈ ਨਾ। ਮੈਂ ਤਾਂ ਕਹੂੰਗੀ ਬਹੁਤ ਚੰਗੀ ਗੱਲ ਹੈ ਇਹ। ਕਿਸੇ ਵੀ ਚੀਜ਼ ਦੀ ਜਿਹੜੀ ਤੋਰ ਆ ਨਾ, ਉਹਦੇ 'ਚ ਮੜਕ ਹੋਣੀ ਚਾਹੀਦੀ ਆ, ਉਹਦੇ 'ਚ ਸ਼ਿੱਦਤ ਹੋਣੀ ਚਾਹੀਦੀ ਆ, ਉਹਦੇ ਵਿੱਚ ਥੋੜ੍ਹੀ ਭਾਵਨਾ ਹੋਣੀ ਚਾਹੀਦੀ ਆ। ਉਹਦਾ ਕੋਈ ਸਮਾਂ ਤਾਂ ਕਿਸੇ ਨੇ ਤੈਅ ਨਹੀਂ ਕੀਤਾ। ਕਿਸੇ ਨੇ ਕੋਈ ਸਮਾਂ ਦਿੱਤਾ ਕਿ ਕਵਿਤਾ ਲਿਖਣ ਨੂੰ ਇੰਨੇ ਹੀ ਮਿੰਟ ਚਾਹੀਦੇ ਨੇ। ਇਹ ਕੋਈ ਨਹੀਂ ਕਹਿੰਦਾ ਇੱਕ ਕਹਾਣੀ, ਕਈ ਲੋਕ ਇੱਕ ਸਿਟਿੰਗ 'ਚ ਲਿਖ ਕੇ ਪਰੇ ਹੋ ਜਾਂਦੇ ਨੇ, ਕਈ ਉਹਨੂੰ 3-3 ਸਾਲ ਠੀਕ ਹੀ ਕਰੀ ਜਾਂਦੇ ਆ, ਹੈ ਨਾ। ਸੋ ਮੈਂ ਆਪਦਾ ਬੈਸਟ ਦਿੰਦੀ ਹਾਂ ਜਿੰਨੀ ਮੇਰੇ 'ਚ ਸਮਰੱਥਾ ਹੈਗੀ ਆ। ਜੇ ਕੋਈ ਟਾਈਮ ਵੱਧ ਲਾਉਂਦਾ, ਮੇ ਬੀ ਉਹਨਾਂ ਨੂੰ ਫੁਰਸਤ ਨਾ ਮਿਲਦੀ ਹੋਵੇ, ਜਾਂ ਮੇ ਬੀ ਉਹਨੂੰ ਹੋਰ ਸੁਧਾਰ ਕੇ, ਮਤਲਬ ਉਹਨਾਂ ਨੂੰ ਹਜੇ ਰਹਿੰਦਾ ਕਿ ਅਸੀਂ ਜਿਹਨੂੰ ਹਜੇ ਹੋਰ ਠੀਕ ਕਰਨਾ,
ਮੈਨੂੰ ਤਾਂ ਲੱਗਦਾ ਹੁੰਦਾ ਕਿ ਜਦੋਂ ਮੈਂ ਉਹਨੂੰ ਲਿਖ ਲਿਆ, ਮੈਂ 2 ਵਾਰੀ ਲਿਖਤਾ 3 ਵਾਰੀ ਲਿਖਤਾ, ਮੈਂ ਉਨੀ ਦੇਰ ਖਹਿੜਾ ਨਹੀਂ ਛੱਡਦੀ ਜਿੰਨੀ ਦੇਰ ਮੇਰਾ ਪ੍ਰੋਜੈਕਟ ਪੂਰਾ ਨਹੀਂ ਹੋ ਜਾਂਦਾ ਨਾ। ਅਤੇ ਮੇਰਾ ਜਦੋਂ ਹੋ ਜਾਂਦਾ ਮੈਂ ਕਹਿੰਦੀ ਵੀ ਹੁਣ ਇਹਦੇ 'ਤੇ ਆਪਾਂ 1 ਮਿੰਟ ਵੀ ਨਹੀਂ ਖੜਨਾ, ਇਹ ਮੇਰੀ ਤਿਆਰ ਹੈ, ਪੜ੍ਹ ਲਓ, ਜੇ ਤੁਹਾਨੂੰ ਪਸੰਦ ਆ ਤਾਂ ਵਧੀਆ ਹੀ ਹੈ ਨਾ। ਅਤੇ ਕਦੇ ਹੋਇਆ ਵੀ ਨਹੀਂ ਇੱਦਾਂ ਕਿ ਕੋਈ ਮੈਨੂੰ ਇਹ ਲੱਗਿਆ ਹੋਵੇ ਲੋਕ ਪੜ੍ਹਦੇ ਹੀ ਨੇ ਕਿ ਕੱਚੀ ਪਿੱਕੀ ਚੱਕ ਕੇ ਤੁਸੀਂ ਛਾਪਤੀ, ਇੱਦਾਂ ਮੈਨੂੰ ਕਦੇ ਨਹੀਂ ਲੱਗਿਆ। ਅਤੇ ਮੈਂ ਆਪਣੀ ਪੂਰੀ ਤਸੱਲੀ ਨਾਲ ਦਿੰਦੀ ਹਾਂ, ਇਸ ਤੋਂ ਵੱਧ ਸਮਾਂ ਮੈਨੂੰ ਲੱਗਦਾ ਹੀ ਨਹੀਂ। ਜਿਵੇਂ ਜਦੋਂ ਜਿਹੜੇ ਨਵੇਂ ਲੇਖਕ ਆ ਰਹੇ ਨੇ ਹੈ ਨਾ, ਤਾਂ ਉਹ ਕਈ ਜਿਵੇਂ ਮੈਂ ਵੀ ਹੁਣ ਸੋਚਦੀ ਹੁੰਦੀ ਹਾਂ ਕਿ ਕਦੀ ਕਿਤਾਬ ਮੈਂ ਕਰਾਂ ਹੁਣ ਹੈ ਨਾ, ਤਾਂ ਉਹ ਹਮੇਸ਼ਾ ਇਹੀ ਤੁਹਾਨੂੰ ਦੇਣਗੇ ਸਲਾਹ ਵੀ ਨਹੀਂ ਪਹਿਲਾਂ ਬਹੁਤ ਪੜ੍ਹੀ, ਫਿਰ ਦੂਜਿਆਂ ਨੂੰ ਵੀ ਪੜ੍ਹਾਈ, ਫਿਰ ਫਲਾਣੇ ਨੂੰ ਪੜ੍ਹਾਈ ਹੈ ਨਾ। ਤਾਂ ਮੈਨੂੰ ਲੱਗਦਾ ਕਿ ਤੁਸੀਂ ਇਸ ਚੀਜ਼ ਦੀ ਲੋੜ ਸਮਝਦੇ ਹੋ ਕਿ ਆਪਣੀ ਕਿਰਤ ਆ ਜਿਹੜੀ ਉਹ ਕਿਸੇ ਹੋਰ ਤੋਂ ਆਪਾਂ ਨੂੰ ਉਸ ਚੀਜ਼ ਲਈ ਅਪਰੂਵਲ ਚਾਹੀਦੀ ਹੈ, ਤੁਸੀਂ ਕਰਵਾਉਂਦੇ ਹੋ ਇਹ ਚੀਜ਼? ਜੇ ਹੁਣ ਮੈਂ ਨਾਵਲ, ਮੈਂ ਤੁਹਾਨੂੰ ਕਹਿੰਦੀ ਹਾਂ ਮੈਂ ਅਗਲਾ ਨਾਵਲ ਲਿਖਿਆ ਹੈ ਨਾ, ਮੈਂ ਕੀ ਕਹਿਣਾ ਚਾਹੁੰਦੀ ਹਾਂ, ਮੈਂ ਕਿੱਥੋਂ ਕਿੱਥੋਂ ਕੈਰੈਕਟਰ ਲਏ ਨੇ, ਮੇਰੇ ਕੈਰੈਕਟਰ ਕਿਹੋ ਜਿਹੇ ਨੇ, ਤੁਹਾਨੂੰ ਕੀ ਪਤਾ? ਹਾਂ, ਤੁਸੀਂ ਮੈਨੂੰ ਟੈਕਨੀਕਲੀ ਇਹ ਚੀਜ਼ ਦੱਸ ਸਕਦੇ ਹੋ। ਜਿਵੇਂ ਮੇਰਾ ਇੱਕ ਨਾਵਲ ਸੀਗਾ ਪਹਿਲਾਂ ਮੈਂ ਲਿਖਿਆ, ਅਤੇ ਮੈਂ ਉਹਦੇ 'ਚ ਲਿਖਿਆ ਕਿ ਉਹ ਬਰਨਬੀ ਸ਼ਹਿਰ ਦੇ ਵਿੱਚ, ਥੋਰਾਂ ਦੇ ਫੁੱਲ 'ਚ ਲਿਖਿਆ ਕਿ ਬਰਨਬੀ ਸ਼ਹਿਰ ਦੇ ਵਿੱਚ ਉਹ ਮੇਰਾ 90s 'ਚ ਨਾਵਲ ਚੱਲਦਾ। ਤਾਂ ਉਹ ਨਦੀਮ ਪਰਮਾਰ ਅੰਕਲ ਹੈਗੇ ਨੇ, 10-11 ਨਾਵਲ ਉਹਨਾਂ ਨੇ ਲਿਖੇ ਨੇ। ਮੈਂ ਵੈਸੇ ਉਹਨਾਂ ਨੂੰ ਮੈਂ ਅੰਕਲ ਨਾਵਲ ਹੀ ਪੜ੍ਹ ਦਿਓ ਮੇਰਾ, ਕਿਉਂਕਿ ਉਹ ਕੈਨੇਡੀਅਨ ਲਾਈਫ ਨਾਲ ਟੱਚ ਮੇਰਾ ਪਹਿਲੇ ਨਾਵਲ 'ਚ ਸੀਗਾ। ਤਾਂ ਮੈਨੂੰ ਪੜ੍ਹ ਕੇ ਕਹਿੰਦੇ ਬੇਟਾ ਬਰਨਬੀ ਨਾ 95 'ਚ ਬਣਿਆ ਸੀ। ਅੱਛਾ ਜੀ। ਅਤੇ ਜਾਂ ਤਾਂ ਸ਼ਹਿਰ ਬਦਲਦੇ ਹਾਂਜੀ, ਕਿ ਤੁਸੀਂ ਬਾਏ ਡਾਟਾ ਰੋਂਗ ਨਹੀਂ ਹੋ ਸਕਦੇ। ਹਾਂ ਬਿਲਕੁਲ, ਠੀਕ ਹੈ ਨਾ। ਜੇ ਹੁਣ ਮੈਂ ਲਿਖਿਆ ਕਿ ਹੌਰਨੀ ਸਟਰੀਟ 'ਤੇ ਆ ਰੈਸਟੋਰੈਂਟ ਸੀਗਾ, ਉਹ ਸਟਰੀਟ ਐਗਜ਼ਿਸਟ ਕਰਦੀ ਹੋਵੇ, ਪੜ੍ਹਨ ਵਾਲੇ ਨੇ ਜਿਹੜਾ ਉਹ ਲੋਕੇਲ 'ਚ ਰਹਿੰਦਾ ਬੰਦਾ, ਉਹਨੇ ਜਦੋਂ ਇਮੈਜਿਨ ਕਰਨਾ, ਉਹਦੇ ਲਈ ਤੁਸੀਂ ਬਿਲਕੁਲ ਹਵਾਈ ਕਿਲੇ ਨਹੀਂ ਨਾ ਬਣਾ ਸਕਦੇ ਹੈ ਨਾ। ਅਤੇ ਉਸ ਚੀਜ਼ਾਂ ਲਈ ਟੈਕਨੀਕਲ ਗੱਲਾਂ ਲਈ ਤੁਸੀਂ ਹੈਲਪ ਲੈ ਸਕਦੇ ਹੁੰਦੇ ਹੋ। ਜਿਸ ਤਰ੍ਹਾਂ ਮੈਂ ਹੁਣ ਜਿਹੜਾ ਮੇਰਾ ਨੈਕਸਟ ਨਾਵਲ ਆ ਉਹਦੇ 'ਚ ਮੇਰਾ ਬਹੁਤ ਕੁਛ ਮੈਡੀਸਨ ਨਾਲ ਰਿਲੇਟਡ ਹੈਗਾ, ਕਿ ਜਿਹੜੀ ਅਬਨੋਰਮੈਲਿਟੀ ਨੇ ਜੈਨੇਟਿਕਲੀ ਜਿਹੜੀਆਂ ਪ੍ਰੋਬਲਮਸ ਆਉਂਦੀਆਂ ਨੇ ਡਿਊਰਿੰਗ ਪ੍ਰੈਗਨੈਂਸੀ। ਅਤੇ ਉਹਦੇ ਲਈ ਮੈਂ ਬੜੇ ਗਾਇਨਾਕੋਲੋਜਿਸਟ ਨਾਲ ਵੀ ਗੱਲਾਂ ਕਰਕੇ ਪੁੱਛਿਆ ਕਿ ਮੈਂ ਕੁਛ ਗਲਤ ਨਾ ਲਿਖ ਦਿਆਂ ਹੈ ਨਾ, ਕਿ ਲਿਖਣ ਵਾਲਾ ਕਿ ਪਤਾ ਹੈ ਨਹੀਂ ਅਤੇ ਪੂਰੀ ਮਾਰੀ ਜਾਂਦੀ ਹੈ ਇੱਥੇ ਆਪਣੀ ਬੈਠੀ ਗੱਲ ਹੈ ਨਾ। ਇਸੇ ਤਰ੍ਹਾਂ ਮੈਂ ਲਾਅ ਦੀ ਗੱਲ ਕੀਤੀ ਹੈ, ਜਿੱਥੇ ਉਹ ਸੈਪਰੇਟ ਹੁੰਦੇ ਨੇ। ਚਾਈਲਡ ਕਸਟਡੀ ਦੀ ਗੱਲ ਕੀਤੀ ਹੈ ਕਿ ਉਹਦੇ ਰਾਈਟਸ ਵੂਮੈਨ ਦੇ ਕੀ ਹੈਗੇ ਆ, ਅਤੇ ਉਹ ਚੀਜ਼ਾਂ ਨੂੰ ਮੈਂ ਬੜੇ ਵਕੀਲਾਂ ਨਾਲ ਵੀ ਗੱਲਾਂ ਕੀਤੀਆਂ ਹੈ ਨਾ, ਕੈਨੇਡੀਅਨ ਲਾਅ ਨੂੰ ਵੀ ਪੜ੍ਹਿਆ। ਸੋ ਉਹ ਚੀਜ਼ਾਂ ਦੀ ਤੁਹਾਨੂੰ ਲੋੜ ਤਾਂ ਜ਼ਰੂਰ ਪੈਂਦੀ ਹੈ, ਉਹਦੇ ਤੁਸੀਂ ਸਲਾਹ ਵੀ ਲੈਂਦੇ ਹੋ। ਪਰ ਜੇ ਤੁਸੀਂ ਕਹੋ ਕਿ ਮੇਰੀ ਮੈਂ ਲਿਖਿਆ ਤੂੰ ਪੜ੍ਹ ਕੇ ਅਪਰੂਵ ਕਰ ਦੇ ਵੀ ਇਹ ਛਪਣਯੋਗ ਹੈਗੀ ਹੈ ਕਿ ਨਹੀਂ ਹੈਗੀ, ਮੈਨੂੰ ਨਹੀਂ ਲੱਗਦਾ ਇਹ ਵਾਜਬ ਹੈ। ਕਿਉਂਕਿ ਜੋ ਤੁਸੀਂ ਲਿਖਣਾ ਉਹ ਤੁਹਾਨੂੰ ਪਤਾ ਆ, ਉਹਨੂੰ ਮੈਂ ਆਪਦੇ ਹਿਸਾਬ ਨਾਲ ਨਾਪੂ ਤੋਲੂੰਗੀ। ਮੈਂ ਤਾਂ 10 ਗਲਤੀਆਂ ਕੱਢ ਕੇ ਪਾਸੇ ਕਰੂੰਗੀ, ਨਹੀਂ ਆਹ ਐਂ ਹੋਣਾ ਚਾਹੀਦਾ, ਕਿਉਂਕਿ ਮੇਰਾ ਮਾਈਂਡ ਹੈ। ਤਾਂ ਜੋ ਕ੍ਰੀਏਟਰ ਤਾਂ ਤੁਸੀਂ ਹੋ ਨਾ ਉਹਦੇ, ਤੁਹਾਨੂੰ ਤੁਹਾਡੇ ਤੋਂ ਵੱਧ ਕਿਸੇ ਨੂੰ ਨਹੀਂ ਪਤਾ ਹੈਗਾ। ਠੀਕ ਹੈ, ਇੱਕ ਸੁਝਾਅ ਜ਼ਰੂਰ ਹੋ ਸਕਦਾ ਹੈਗਾ, ਪਰ ਮੈਂ ਸੱਚੀ ਨਹੀਂ ਪੜ੍ਹਾਏ ਕਦੇ ਕਿਸੇ ਨੂੰ ਬਹੁਤੇ। ਮੇਰੇ ਸਿਰਫ ਨਦੀਮ ਅੰਕਲ ਪੜ੍ਹਦੇ, ਇੱਕ ਉੱਥੇ ਗੁਰਬਾਜ ਬਰਾੜ ਹੈਗੇ ਨੇ, ਉਹ ਪ੍ਰੋਫੈਸਰ ਸੀ। ਉਹਨਾਂ ਨੂੰ ਮੈਂ ਵੈਸੇ ਭਾਸ਼ਾਈ ਪੱਖ ਤੋਂ, ਕਿਉਂਕਿ ਮੈਂ ਲਿਟਰੇਚਰ ਦੀ ਸਟੂਡੈਂਟ ਨਹੀਂ ਰਹੀ, ਮੈਂ ਸਾਇੰਸ ਹੀ ਪੜ੍ਹਾਈ ਆ ਸਾਰੀ ਜ਼ਿੰਦਗੀ। ਅਤੇ ਮੈਨੂੰ ਕਈ ਵਾਰੀ ਹੁੰਦਾ ਕਿ ਕੋਈ ਸ਼ਬਦ ਗਲਤ ਨਾ ਵਰਤਿਆ ਜਾਵੇ, ਜਾਂ ਕੋਈ ਖੇਤਰੀ ਸ਼ਬਦ ਐਸਾ ਨਾ ਹੋਵੇ ਜਿਹਦਾ ਮੀਨਿੰਗ ਨਾ ਹੋਵੇ ਕੁਛ ਹੈ ਨਾ। ਸੋ ਕਈ ਵਾਰੀ ਉਹਨਾਂ ਨੂੰ ਦਿਖਾ ਲਈ ਤਾਂ। ਅਦਰਵਾਈਜ਼ ਮੈਂ ਤਾਂ ਇਹ ਯਕੀਨ ਰੱਖਦੀ ਹਾਂ ਕਿ ਜੋ ਤੁਸੀਂ ਲਿਖਦੇ ਹੋ, ਜੇ ਰੂਹ ਤੋਂ ਲਿਖਦੇ ਹੋ, ਤਾਂ ਤੁਹਾਡੇ 'ਚ ਕੋਈ ਗਲਤੀ ਵੀ ਨਹੀਂ ਉਹਦੇ 'ਚ ਕੋਈ ਬਹੁਤੀ ਹੁੰਦੀ, ਅਤੇ ਉਹਨੂੰ ਆਉਣ ਦਿਓ, ਲੋਕਾਂ ਨੂੰ ਉਹ ਵੀ ਪੜ੍ਹਨ ਦਿਓ। ਠੀਕ ਹੈ ਨਾ। ਤੁਹਾਨੂੰ ਤੀਜੀ ਮਖਲੂਕ ਜਦੋਂ ਮਤਲਬ ਸ਼ਾਹਮੁਖੀ 'ਚ ਤਰਜਮਾ ਹੋਇਆ ਹੈ ਨਾ ਤੁਹਾਡੇ ਆਦਮ ਗ੍ਰਹਿਣ ਦਾ, ਤਾਂ ਉੱਥੇ 2020 ਦਾ ਸਰਵੋਤਮ ਪੰਜਾਬੀ ਨਾਵਲ ਇਹਨੂੰ ਐਲਾਨਿਆ ਹੈ ਨਾ, ਅਤੇ ਉਸ ਤੋਂ ਬਾਅਦ ਤੁਹਾਨੂੰ ਢਾਹਾਂ ਵੀ ਮਿਲ ਗਿਆ। ਅਤੇ ਇਹ ਚੀਜ਼ ਮਤਲਬ ਤੁਹਾਡੀ ਜ਼ਿੰਮੇਵਾਰੀ ਨੂੰ ਵਧਾਉਂਦੀ ਆ ਵੀ ਹਰਕੀਰਤ ਹੁਣ ਤਾਂ ਮਤਲਬ ਐਡੇ ਵੱਡੇ ਸਨਮਾਨ ਆਪਾਂ ਢਾਹਾਂ ਨੂੰ ਪੰਜਾਬੀ ਦਾ ਨੋਵਲ ਕਹਿੰਦੇ ਹਾਂ ਹੈ ਨਾ, ਵੀ ਹੁਣ ਇਸ ਤੋਂ ਬਿਹਤਰ ਲਿਖਣਾ, ਉਹ ਦਿਮਾਗ 'ਚ ਉਹ ਚਿੰਤਾ ਪੈਦਾ ਹੁੰਦੀ? ਰੁਪਿੰਦਰ ਨਹੀਂ ਹੋ, ਭਾਰ ਲੈ ਕੇ ਚੱਲੋ ਹੀ ਨਾ। ਭਾਰ ਲੈ ਕੇ ਫਿਰ ਤੁਸੀਂ ਉਹ ਭਾਰ ਸਾਂਭੋਗੇ ਕਿ ਲਿਖਣ ਦੀ ਜ਼ਿੰਮੇਵਾਰੀ ਨਿਭਾਓਗੇ ਹੈ ਨਾ। ਇਹ ਤਾਂ ਲੋਕ ਤਾਂ 3-4 ਦਿਨ ਯਾਦ ਰੱਖਦੇ ਹੁੰਦੇ, ਵੱਧ ਤੋਂ ਵੱਧ 3 ਮਹੀਨੇ ਰੱਖ ਲੈਣਗੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਕਰੇਜ਼ ਹੈ ਨਾ। ਉਹ ਮੈਨੂੰ ਤਾਂ ਕਈ ਵਾਰੀ ਭੁੱਲ ਵੀ ਜਾਂਦਾ ਕਿ ਮੈਨੂੰ ਮਿਲਿਆ ਢਾਹਾਂ ਮਿਲਿਆ ਸੀ ਹੈ ਨਾ। ਅਤੇ ਇਸ ਤਰ੍ਹਾਂ ਦਾ ਨਹੀਂ, ਕਿਉਂਕਿ ਪਹਿਲਾਂ ਵੀ ਆਪਾਂ ਬੈਸਟ ਕਰਦੇ ਸੀ, ਆਪਦਾ ਵਧੀਆ ਤੋਂ ਵਧੀਆ ਦਿੰਦੇ ਸੀ, ਰੂਹ ਤੋਂ ਲਿਖੀਦਾ, ਸੱਚੀ ਪੂਰੀ ਵਧੀਆ ਗੱਲ ਜਿਹੜੀ ਹੈ ਜਾ ਕੇ ਸਿਰੇ ਲੱਗੇ ਹੈ ਨਾ। ਹੁਣ ਵੀ ਉਵੇਂ ਲਿਖਦੇ ਜਾਣਾ। ਇਹ ਚੀਜ਼ਾਂ ਦਾ ਸਟ੍ਰੈਸ ਮੈਂ ਨਹੀਂ ਕਦੇ ਲਿਆ ਕਿ ਹੁਣ ਜਿਹੜੀ ਅਗਲੀ ਲਿਖਤ ਹੈ ਉਹ ਇਸ ਤੋਂ ਹੀ ਬਹੁਤ ਵੱਡੀ ਹੋਵੇ। ਜ਼ਰੂਰੀ ਨਹੀਂ ਕਿ ਹਰ ਲਿਖਤ ਨੂੰ ਆਦਮ ਗ੍ਰਹਿਣ ਜਿੰਨਾ ਹੀ ਮਾਣ ਸਨਮਾਨ ਮਿਲੇ। ਜਦੋਂ ਕੋਈ ਆਪਾਂ ਕਾਰਜ ਕਰਦੇ ਹਾਂ, ਕੋਈ ਬਹੁਤ ਅੱਛਾ ਹੋ ਜਾਂਦਾ, ਕੋਈ ਐਵਰੇਜ ਜਿਹਾ ਵੀ ਰਹਿ ਜਾਂਦਾ ਹੈ ਨਾ, ਅਤੇ ਕੋਈ ਵਿੱਚ ਕਮਜ਼ੋਰ ਵੀ ਰਹਿ ਜਾਂਦੀਆਂ ਨੇ। ਪਰ ਜਿਹੜਾ ਕ੍ਰੀਏਟਰ ਹੈ ਨਾ, ਰਚਨਹਾਰ ਹੈਗਾ ਜਿਹੜਾ, ਉਹਦੇ ਲਈ ਹੀ ਉਹ ਇੱਕ ਜਿਉਣ ਦਾ ਸਾਧਨ ਹੋਣਾ ਚਾਹੀਦਾ ਲਿਖਤ। ਨਾ ਮੈਂ ਲਿਖਦੀ ਹਾਂ ਨੇਮ ਫੇਮ ਲਈ, ਨਾ ਮੈਂ ਕਿਸੇ ਕੋਈ ਇੱਦਾਂ ਦੇ ਮਾਨ ਸਨਮਾਨ ਲਈ ਲਿਖਦੀ ਹਾਂ। ਇਹ ਮੇਰੇ ਆਪਣਾ ਹੀ, ਕਿਉਂਕਿ ਜਿੰਨੀ ਦੇਰ ਮੇਰਾ ਨਾਵਲ ਚੱਲ ਜਾਂਦਾ ਰੁਪਿੰਦਰ, ਮੈਨੂੰ ਇਹ ਲੱਗਦਾ ਹੁੰਦਾ ਕਿ ਮੈਂ ਇੱਕ ਨਵੇਂ ਸੈਟਅਪ 'ਚ, ਮੇਰੀ ਨਵੀਂ ਜ਼ਿੰਦਗੀ ਹੈ,
ਮੇਰੇ ਕੈਰੈਕਟਰ ਤੁਰੇ ਫਿਰਦੇ ਨੇ, ਉਹ ਮੈਂ ਤਸੱਵਰ ਕਰਦੀ ਰਹਿੰਦੀ ਹਾਂ ਕਿ ਹੈ ਨਾ ਵੀ ਹੁਣ ਮੇਰੇ ਕੈਰੈਕਟਰ ਰਾਤ ਨੂੰ ਤੇ ਕੋਠੇ 'ਤੇ ਮੰਜਿਆਂ 'ਤੇ ਪਏ ਨੇ ਅਤੇ ਮੇਰੀ ਅੱਧੀ ਜ਼ਿੰਦਗੀ ਉਹਨਾਂ ਨਾਲ ਚੱਲ ਰਹੀ ਹੁੰਦੀ ਹੈ। ਚਾਹੇ ਉਸ ਨਾਵਲ ਨੂੰ ਕਈ ਵਾਰ ਮੈਂ 10 ਦਿਨ ਨਹੀਂ ਟੱਚ ਕਰ ਸਕਦੀ, ਪਰ 10 ਦਿਨਾਂ 'ਚ ਮੇਰੇ ਦਿਨ 'ਚ ਕਿੰਨੇ ਖਿਆਲ ਉਹਨਾਂ ਦੇ ਨਾਲ ਹੁੰਦੇ ਨੇ ਅਤੇ ਉਹ ਮੇਰਾ ਉਨੀ ਦੇਰ ਜੀਅ ਲੱਗਿਆ ਰਹਿੰਦਾ। ਅੱਛਾ, ਫਿਰ ਜਦੋਂ ਕਦੇ ਵਧੀਆ ਸੋਹਣਾ ਪਾਰਟ ਲਿਖਿਆ ਜਾਂਦਾ, ਫਿਰ ਮੈਂ ਕਹਿੰਦਾ ਵਾਹ ਅੱਜ ਤਾਂ ਗੱਲ ਜੀ ਬਣ ਗਈ ਹੈ ਨਾ। ਉਹ ਮੇਰੇ ਆਪਣੇ ਜਿਉਣ ਦਾ ਮੇਰਾ ਮਕਸਦ ਹੈ। ਮੇਰਾ ਨਾਵਲ ਚਾਹੇ ਕਿਤਾਬ ਮੈਨੂੰ ਕੋਈ ਪੜ੍ਹ ਕੇ ਨਾ ਕਹੇ ਵਧੀਆ, ਉਹਨੂੰ ਜਿਹੜਾ ਸੰਪੂਰਨ ਕਰਕੇ ਨਾ ਕਿਆ ਕਿਤਾਬ ਹੈ ਉਹਨੂੰ ਮੈਂ ਐਂ ਕਰ ਖੋਲ ਦੇਖਦੀ ਰਹਿੰਦੀ ਹਾਂ, ਵਾਹ ਇਟਸ ਅ ਬਿਊਟੀਫੁਲ ਸਟੋਰੀ ਹੈ ਨਾ। ਅਤੇ ਇਹਦੇ 'ਚ ਮੈਨੂੰ ਰੱਜ ਆ ਗਿਆ ਕਿ ਮੇਰੇ ਕੈਰੈਕਟਰ ਜੋ ਕਹਿਣਾ ਚਾਹੁੰਦੇ ਨੇ ਕਹਿ ਲਏ, ਅਤੇ ਬਹੁਤ ਸੋਹਣਾ ਐਂਡ ਹੋ ਗਿਆ, ਬੜਾ ਸੋਹਣਾ ਟਾਈਟਲ ਰੱਖਿਆ ਗਿਆ। ਅਤੇ ਵੀ ਇੱਕ ਹੋਰ ਮਾਈਲਸਟੋਨ ਹੈ ਨਾ ਮੇਰੀ ਲਾਈਫ ਦੇ ਵਿੱਚ ਐਡ ਹੋਇਆ। ਜਿਸ ਤਰ੍ਹਾਂ ਤੁਸੀਂ ਇੱਕ ਬੱਚੇ ਨੂੰ ਜਨਮ ਦੇ ਕੇ ਪਾਲਦੇ ਹੋ, ਨਿਹਾਰਦੇ ਹੋ, ਮੇਰੀ ਖੁਸ਼ੀ ਉੱਥੇ ਤੱਕ ਹੀ ਸੀਮਤ ਹੁੰਦੀ ਹੈ। ਮੈਂ ਕੋਈ ਸਟ੍ਰੈਸ ਨਹੀਂ ਲੈਂਦੀ। ਕਦੇ ਮੈਂ ਬਹੁਤਾ ਮਾਨਾਂ ਸਨਮਾਨਾਂ ਲਈ ਅਪਲਾਈ ਵੀ ਨਹੀਂ ਕੀਤਾ, ਤੁਹਾਨੂੰ ਸੱਚ ਦੱਸਾਂ ਹੈ ਨਾ। ਇਹਦਾ ਵੀ ਬਹੁਤ ਜਦੋਂ ਰੌਲਾ ਜਿਹਾ ਪੈ ਗਿਆ, ਉਹ ਸਾਰਿਆਂ ਨੂੰ ਜਿਵੇਂ ਪਰਵੇਜ਼ ਹੋਣਾ ਨੂੰ ਵੀ ਨਹੀਂ ਕਰਨਾ ਹੁਣ ਤਾਂ ਅਪਲਾਈ ਕਰਨਾ ਹੀ ਕਰਨਾ ਹੈ ਨਾ। ਅਤੇ ਉਹ ਪਤਾ ਨਹੀਂ ਕੁਦਰਤ ਨੇ ਇਹ ਕਾਰਜ ਕੀਤਾ ਸੀ ਜਾਂ ਕਿਸੇ ਦਾ ਭਲਾ ਹੋਣਾ ਸੀ। ਇਹਦਾ ਭਲਾਈ ਹੈ ਜੇ ਤੁਸੀਂ ਕਿਸੇ ਦੱਬੇ ਕੁਚਲਿਆਂ ਦੀ ਗੱਲ ਕਰਦੇ ਹੋ, ਅਤੇ ਉਹਨਾਂ ਦੀ ਅਸੀਸ ਲੱਗ ਗਈ, ਮੈਨੂੰ ਇਨਾਮ ਮਿਲ ਗਿਆ। ਵੈਸੇ ਮੈਂ ਆਪਣੇ ਆਪ ਨੂੰ ਇੰਨੀ ਕਾਬਲ ਨਹੀਂ ਸਮਝਦੀ ਕਿ ਇੰਨੀ ਛੇਤੀ ਮੈਂ ਇੰਨੇ ਜੋਗੀ ਹੈਗੀ ਹਾਂ ਕਿ ਮੈਂ ਆਪਣੇ ਆਪ ਨੂੰ ਬਹੁਤ ਵੱਡੀ ਸਮਝਾਂ। ਮੈਂ ਜੇ ਸਿਖਾਉਂਦੀ ਰਹੀ ਹਾਂ। ਬਹੁਤ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ ਹੁਲਾਰਾ ਜਿਹੜਾ ਨਾ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ, ਬਟ ਹੁਲਾਰੇ ਨੂੰ ਫੁਹਾਰਾ ਬਣਾ ਲੈਣਾ ਉਹ ਬਹੁਤ ਬਦਤਮੀਜ਼ੀ ਹੈ। ਜਿਵੇਂ ਤੁਸੀਂ 45-46 ਸਾਲ ਦੇ ਹੋ ਕੇ ਲਿਖਣ ਲੱਗੇ ਨਾ, ਜਿਵੇਂ ਤੁਸੀਂ ਕਿਹਾ ਵੀ ਮੈਂ ਜਦੋਂ ਕੁਛ ਲਿਖਦੀ ਹਾਂ ਫਿਰ ਮੈਂ 4-5 ਦਿਨ ਗੁੰਮਸੁੰਮ ਹੋ ਜਾਂਦੀ ਹਾਂ, ਤਾਂ ਭਾਜੀ ਐਂ ਤਾਂ ਨਹੀਂ ਕਹਿੰਦੇ ਵੀ ਆਹ ਕੀ ਮਲਟੀਪਲ ਡਿਸਆਰਡਰ? ਨਹੀਂ, ਉਹ ਪਹਿਲਾਂ ਬੜੀ ਪ੍ਰੋਬਲਮ ਹੁੰਦੀ ਸੀ, ਅਤੇ ਉਹ ਪਹਿਲਾਂ ਮੈਨੂੰ ਸਮਝਾਉਣਾ ਵੀ ਬੜਾ ਔਖਾ ਲੱਗਦਾ ਸੀ। ਕਹਿੰਦੇ ਤਾਂ ਅਜੀਬ ਕੰਮ ਹੈ, ਤੇਰੇ ਵੱਸ ਦਾ ਕੰਮ ਨਹੀਂ, ਰਹਿਣ ਦੇ ਤੂੰ ਹੈ ਨਾ। ਮੈਂ ਕਹਾਂ ਮੈਂ ਨਹੀਂ ਸੀ ਰੋਂਦੀ, ਮੈਂ ਵੀ ਰੋਂਦੀ ਸੀ। ਮੈਂ ਵੀ ਆਪਣੇ ਫਾਦਰ ਨੂੰ ਫੋਨ ਕਰਕੇ ਮੈਂ ਨਹੀਂ ਰਹਿਣਾ, ਮੈਂ ਤਾਂ ਆਉਣਾ ਹੈ ਨਾ, ਲਾਈਕ ਅਸੀਂ ਤਾਂ ਵਧੀਆ ਹੈਗੇ, ਅਸੀਂ ਕਾਹਦੇ ਲਈ, ਬੱਚੇ ਆਪੇ ਦੇਖਣਗੇ ਆਪਣਾ ਹੈ ਨਾ। ਅਤੇ ਉਹ ਵੀ ਬੰਦੇ ਨੂੰ ਘੱਟ ਨਹੀਂ ਮਾਰਦਾ, ਚਾਹੇ ਕੰਮ ਸੌਖਾ ਹੈ, ਪਰ ਉਹ ਜਿਹੜੀ ਫੀਲਿੰਗ ਆ ਉਹ ਤੁਹਾਨੂੰ ਕਰਦੀ ਤੰਗ, ਕਿਉਂਕਿ ਉੱਥੇ ਕੋਈ ਪੁੱਛਦਾ ਹੀ ਨਹੀਂ। ਰੁਪਿੰਦਰ, ਤੁਸੀਂ ਮੇਰੇ ਕੋਲ ਬੈਠੇ ਹੋ, ਮੈਂ ਤੁਹਾਨੂੰ ਨਹੀਂ ਪੁੱਛਣਾ ਵੀ ਤੁਸੀਂ ਕੀ ਜੋਬ ਕਰਦੇ ਹੋ। ਮਤਲਬ ਮੈਨੂੰ ਦੇਖਣ 'ਚ ਜ਼ਰੂਰ ਆਈ ਹੈ, ਕਿਉਂਕਿ ਉਹ ਕਿਤਾਬਾਂ ਦੇ ਫੰਕਸ਼ਨ 'ਤੇ ਜੇ ਤੁਸੀਂ ਇੱਕ ਬੰਦੇ ਨੂੰ ਸੱਦਿਆ, ਜੇ ਉਹਨੂੰ ਸੱਦਿਆ ਤਾਂ ਮੈਂ ਨਹੀਂ ਆਉਣਾ, ਉਹਨੂੰ ਸੱਦਿਆ ਮੈਂ ਨਹੀਂ ਆਉਣਾ, ਵੀ ਤੁਸੀਂ ਸਾਰੇ ਨਾ ਆਓ।